की कोशिश। परमेश्वर कह रहा है कलीसिया ਨੂੰ ਵੀ ਮੈਨੂੰ ਤੇਰੇ ਉੱਤੇ ਕੀ ਆ ਥੋੜਾ ਜਿਹਾ ਢਿਲਾ ਇਹ ਸੱਤ ਕਲੀਸਿਆ ਉਹਨਾਂ ਦੀ ਕਲੀਸਿਆ ਜਿਹਦੇ ਉੱਤੇ ਪਰਮੇਸ਼ਰ ਨੂੰ ਕੀ ਆ ਢਿਲਾ ਵਾ ਹਾਂਜੀ ਭਾਈ ਉੱਥੇ ਤੇਰੇ ਕੋਲ ਉਹ ਹਨ ਜਿਨ੍ਹਾਂ ਬਲਿਆਮ ਦੀ ਸਿੱਖਿਆ ਧਾਰੀ ਹੈ ਜਿਨ੍ਹਾਂ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਹੈ ਜੋ ਇਸਰਾਇਲ ਦੇ ਵੰਸ਼ ਦੇ ਅੱਗੇ ਖੇਡੇ ਲਾਉਣ ਵਾਲੀ ਵਸਤੂ ਸੁੱਟ ਦੇਵੇ ਭਾਈ ਉਹ ਮੂਰਤੀਆਂ ਦੇ ਚੜਾਵੇ ਖਾਣ ਅਤੇ ਹਰਾਮਕਾਰੀ ਕਰਨ ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਨ੍ਹਾਂ ਨੁਕਲਾਈਆਂ ਦੀ ਸਿੱਖਿਆ ਉਵੇਂ ਹੀ ਧਾਰੀ ਹੈ ਇਸ ਲਈ ਤੋਬਾ ਕਰ ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ ਹਾਲੇਲੂਇਆ ਹਾਲੇਲੂਇਆ ਕਲਾਮ ਨੂੰ ਬੜੇ ਧਿਆਨ ਨਾਲ ਸੁਣਨਾ ਹੈ ਤੇ ਸਮਝਣਾ ਹੈ ਤੇਰੇ ਉੱਤੇ ਮੈਨੂੰ ਥੋੜਾ ਬਹੁਤਾ ਗਿਲਾ ਹੈ ਤੇਰੇ ਉੱਤੇ ਮੈਨੂੰ ਥੋੜਾ ਬਹੁਤਾ ਗਿਲਾ ਹੈ ਭਾਈ ਉੱਥੇ ਤੇਰੇ ਕੋਲ ਉਹ ਹਨ ਉੱਥੇ ਤੇਰੇ ਕੋਲ ਉਹ ਲੋਕ ਹਨ ਜਿਨ੍ਹਾਂ ਬਲਿਆਮ ਦੀ ਸਿੱਖਿਆ ਧਾਰੀ ਹੈ ਕਿਹਦੀ ਸਿੱਖਿਆ ਧਾਰੀ ਆ ਬਲਿਆਮ ਦੀ ਪੁਆਇੰਟ ਨੋਟ ਕਰੋ ਕਿਹਦੀ ਸਿੱਖਿਆ ਧਾਰੀ ਆ ਬਲਿਆਮ ਦੀ ਸਿੱਖਿਆ ਧਾਰੀ ਆ ਪ੍ਰਭੂ ਕਹਿੰਦਾ ਕਲੀਸਿਆ ਦੇ ਵਿੱਚ ਕੁਝ ਲੋਕ ਇਦਾਂ ਦੇ ਹੈਗੇ ਆ ਜਿਨ੍ਹਾਂ ਨੇ ਸਿੱਖਿਆ ਕਿਹਦੀ ਧਾਰੀ ਹੋਈ ਆ ਹੂ ਇਜ਼ ਦ ਬਲਿਆਮ ਬਲਿਆਮ ਕੌਣ ਆ ਬਲਿਆਮ ਦੇ ਬਾਰੇ ਅੱਜ ਸਿੱਖਣਾ ਵਾ ਅੱਜ ਦਬੁਰਜੀ ਚਰਚ ਵਿੱਚ ਵੀ ਇਦਾਂ ਦੇ ਲੋਕ ਬੈਠੇ ਹੋਣਗੇ ਜਿਹੜੇ ਬਲਿਆਮ ਦੀ ਸਿੱਖਿਆ ਮੁਤਾਬਕ ਚੱਲਦੇ ਹੋਣਗੇ ਜਿਹੜੇ ਬਲਿਆਮ ਦੀ ਸਿੱਖਿਆ ਮੁਤਾਬਕ ਚੱਲਦੇ ਹੋਣਗੇ ਚੱਲੀਏ ਬਲਿਆਮ ਕੋਲ ਉਹ ਜੀਵਾਈ ਨਾਲ ਉਹ ਚੱਲੀਏ ਬਲਿਆਮ ਕੋਲ ਸਤਨਾਮ ਚੰਦ ਜੀ ਚੱਲੀਏ ਬਲਿਆਮ ਕੋਲ ਭਾਈਓ ਬੋਲੋ ਚੱਲੀਏ ਤਿਆਰ ਹੋ ਜਾਣ ਲਈ ਚਲੋ ਗੱਡੀ ਵਿੱਚ ਸੀਟ ਬੈਲਟ ਲਾ ਲਿਓ ਕਿਤੇ ਰਾਸਤੇ 'ਚ ਡੇਗੀ ਨਾ ਪਿਓ ਹਾਲੇਲੂਇਆ ਪੜੋ ਗਿਣਤੀ ਦੀ ਕਿਤਾਬ ਉਹਦਾ ਬਾਈਬਲ ਅੱਜ ਕੋ ਬਲਿਆਮ ਦੇ ਬਾਰੇ ਸਿੱਖਣਾ ਵੀ ਬਲਿਆਮ ਕੌਣ ਆ ਵੀ ਪਰਮੇਸ਼ਰ ਕਿਉਂ ਬਲਿਆਮ ਨੂੰ ਟਾਰਗੇਟ ਕਰ ਰਿਹਾ ਯਿਸੂ ਮਸੀਹ ਕਿਉਂ ਬਲਿਆਮ ਦੇ ਬਾਰੇ ਕਹਿ ਰਿਹਾ ਵੀ ਬਲਿਆਮ ਦੀ ਸਿੱਖਿਆ ਉੱਤੇ ਨਹੀਂ ਚੱਲਣਾ ਹੂ ਇਜ਼ ਦ ਬਲਿਆਮ ਬਲਿਆਮ ਕੌਣ ਆ ਬਲਿਆਮ ਦੇ ਬਾਰੇ ਪੜਾਂਗੇ ਪੜੋ ਬਾਈਬਲ ਉਹਦੀ ਪਹਿਲੀ ਆਈ ਗਿਣਤੀ ਦੀ ਕਿਤਾਬ ਬਾਈਬਲ ਉਹਦੀ ਪਹਿਲੀ ਆਈ ਤਾਂ ਇਸਰਾਏਲੀਆਂ ਨੇ ਕੂਚ ਕਰਕੇ ਮੋਆਬ ਦੇ ਮੈਦਾਨ ਵਿੱਚ ਜਰਦਨ ਦੇ ਪਾਰ ਜਰੀਹੋ ਕੋਲ ਡੇਰੇ ਲਾਏ ਅਤੇ ਬਲਾਕ ਸਿਪੋਰ ਦੇ ਪੁੱਤਰ ਨੇ ਸਭ ਕੁਝ ਵੇਖਿਆ ਜਿਹੜਾ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ ਇੱਕ ਰਾਜਾ ਹੈ ਬਲਾਕ ਕੀ ਨਾਮ ਹੈ ਉਹਦਾ ਬਲਾਕ ਰਾਜਾ ਹੈ ਉਹਨੇ ਵੇਖਿਆ ਹੈ ਇਸਰਾਏਲੀ ਆ ਗਏ ਮੇਰੇ ਦੇਸ਼ ਵਿੱਚ ਉਹਨੇ ਇਹ ਵੀ ਸੁਣਿਆ ਹੈ ਜੋ ਇਹਨੇ ਆਰਾਮੀਆਂ ਨਾਲ ਕੀਤਾ ਹੈ ਰਾਸਤੇ ਵਿੱਚ ਕੀ ਕੁਝ ਕੀਤਾ ਇਸਰਾਏਲੀਆਂ ਨੇ ਇਹ ਮੂਸਾ ਆ ਰਿਹਾ ਹੈ ਆਪਣੇ ਲੋਕਾਂ ਦੇ ਨਾਲ ਮੂਸਾ ਆ ਰਿਹਾ ਹੈ ਮਿਸਰ ਦੇ ਵਿੱਚੋਂ ਨਿਕਲ ਕੇ ਇਸਰਾਏਲੀ ਲੋਕਾਂ ਨੂੰ ਲੈ ਕੇ ਪਰ ਜਿਹੜਾ ਬਲਾਕ ਹੈ ਇਹ ਘਬਰਾ ਗਿਆ ਕੀ ਹੋ ਗਿਆ ਹੈ ਘਬਰਾ ਗਿਆ ਵੀ ਮੇਰੇ ਦੇਸ਼ ਵਿੱਚ ਆਇਆ ਕਿ ਇਹ ਨਾ ਹੋਵੇ ਵੀ ਸਾਡੇ ਉੱਤੇ ਕੀ ਕਰ ਦੇਣ ਚੜਾਈ ਕਰ ਦੇਣ ਹਾਂਜੀ ਪਤਰਸ ਅਤੇ ਮੋਆਬ ਉਸ ਪਰਜਾ ਦੇ ਅੱਗੋਂ ਡਾਢਾ ਡਰਿਆ ਕਿਉਂਕਿ ਉਹ ਬਹੁਤ ਸੀ ਸੋ ਮੋਆਬ ਇਸਰਾਏਲੀਆਂ ਦੇ ਕਾਰਨ ਅਤੇ ਬਿਉਂਕੁਲ ਹੋਇਆ ਤਾਂ ਮੋਆਬ ਦੇ ਮਿਦੀਆਨ ਦੇ ਬਜ਼ੁਰਗਾਂ ਨੇ ਆਖਿਆ ਕਿ ਹੁਣ ਇਹ ਦਲ ਸਾਡੇ ਆਲੇ ਦੁਆਲੇ ਦਾ ਸਭ ਕੁਝ ਚੱਕ ਕਰ ਜਾਵੇਗਾ ਬਜ਼ੁਰਗ ਇਕੱਠੇ ਹੋ ਗਏ ਰਾਜੇ ਦੇ ਇਕੱਠੇ ਹੋ ਕੇ ਕੀ ਕਹਿੰਦੇ ਆ ਵੀ ਇਸਰਾਏਲੀਆਂ ਨੇ ਕੀ ਕਰ ਦੇਣਾ ਹੁਣ ਸਭ ਕੁਝ ਚੱਕ ਕਰ ਜਾਣਾ ਬੋਲੋ ਭਾਈ ਨਾਲ ਜਿਹੜੇ ਇਸਰਾਏਲੀ ਆਏ ਆ ਕਹਿੰਦਾ ਇਹਨਾਂ ਨੇ ਸਾਡਾ ਸਾਰਾ ਕੁਝ ਚੱਕ ਕਰ ਜਾਣਾ ਸਾਰਾ ਕੁਝ ਚੱਟ ਕਰ ਜਾਣਾ ਕਾਦੇ ਵਾਸਤੇ ਕਿਉਂਕਿ ਪਰਮੇਸ਼ਵਰ ਦੀ ਉਹਨਾਂ ਦੇ ਉੱਤੇ ਕੀ ਸੀਗੀ ਆਸ਼ੀਸ਼ ਸੀ ਪਰਮੇਸ਼ਵਰ ਦੀ ਕੀ ਸੀ ਉਹਨਾਂ ਦੇ ਉੱਤੇ ਆਸ਼ੀਸ਼ ਸੀਗੀ ਪਰਮੇਸ਼ਵਰ ਦੀ ਗ੍ਰੇਸ ਸੀ ਖੁਦਾ ਦੀ ਕਿਰਪਾ ਸੀਗੀ ਉਹਨਾਂ ਦੇ ਉੱਤੇ ਇਸ ਕਰਕੇ ਉਹ ਡਰਿਆ ਰਾਜਾ ਜਿਹੜਾ ਬਲਾਕ ਰਾਜਾ ਉਹ ਡਰ ਗਿਆ ਵੀ ਕਿਤੇ ਇਹ ਨਾ ਹੋਵੇ ਮੇਰਾ ਦੇਸ਼ ਭੁੱਖਾ ਮਰ ਜਾਵੇ ਮੇਰੇ ਲੋਕ ਭੁੱਖੇ ਮਰ ਜਾਣ ਵੀ ਇਸਰਾਏਲੀ ਸਾਡਾ ਵੀ ਸਾਰਾ ਕੁਝ ਖਾ ਜਾਣ ਸਾਡੀ ਜ਼ਮੀਨ ਜਾਇਦਾਦ ਬਰਬਾਦ ਕਰ ਜਾਣ ਇਸ ਕਰਕੇ ਜਾਤ ਇਕੱਠੇ ਹੋਏ ਉਹਨਾਂ ਨੇ ਸੋਚਿਆ ਕਿਉਂ ਨਾ ਆਪਾਂ ਇਹਨਾਂ ਨੂੰ ਰੋਕਣ ਦੇ ਲਈ ਇੱਕ ਨਬੀ ਲੱਭੀਏ ਔਰ ਉਹ ਨਬੀ ਇਹਨਾਂ ਨੂੰ ਕੀ ਦੇਵੇਗਾ ਸ਼ਰਾਪ ਦੇਵੇਗਾ ਕੀ ਦੇਵੇਗਾ ਇਹਨਾਂ ਨੂੰ ਬਦਸੀਸ ਦੇਵੇਗਾ ਕੀ ਦੇਵੇਗਾ ਜੀ ਹਾਂਜੀ ਪਤਰਸ ਜਿਵੇਂ ਭਲ ਦੇ ਖੇਤ ਦਾ ਘਾਹ ਚੱਟ ਜਾਂਦਾ ਹੈ ਸਿਪੋਰ ਦਾ ਪੁੱਤਰ ਬਲਾਕ ਉਸ ਸਮੇਂ ਮੁਆਬ ਦਾ ਰਾਜਾ ਸੀ ਉਪਰੰਤ ਉਹਨੇ ਹਲਕਾਰੇ ਦੋਰ ਦੇ ਪੁੱਤਰ ਬਲਿਆਮ ਕੋਲ ਪਥੋਰ ਨੂੰ ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉਮਤ ਦੀ ਅੰਸ਼ ਦੇ ਦੇਸ਼ ਵਿੱਚ ਘੱਲੇ ਕਿ ਉਹ ਉਸ ਨੂੰ ਇਹ ਆਖ ਕੇ ਸੱਦੇ ਕਿ ਵੇਖੋ ਇੱਕ ਉਮਤ ਮਿਸਰ ਤੋਂ ਨਿਕਲੀ ਹੈ ਅਤੇ ਵੇਖੋ ਉਹ ਧਰਤੀ ਦੀ ਪਰਤ ਨੂੰ ਢੱਕ ਲੈਂਦੇ ਹਨ ਅਤੇ ਉਹ ਮੇਰੇ ਸਾਹਮਣੇ ਆ ਵਸੇ ਹਨ ਹੁਣ ਤੂੰ ਆਣ ਕੇ ਇਸ ਉਮਤ ਨੂੰ ਮੇਰੇ ਲਈ ਸ਼ਰਾਪ ਦੇਵੀਂ ਕਿਉਂ ਜੋ ਉਹ ਮੇਰੇ ਨਾਲੋਂ ਅੱਤ ਬਲਵੰਤ ਹਨ ਹਾਲੇਲੂਇਆ ਨਬੀ ਦੇ ਕੋਲ ਕਿਹਦੇ ਕੋਲ ਨਬੀ ਦੇ ਕੋਲ ਮੈਸੇਜ ਭੇਜਿਆ ਹੈ
ਕੀ ਮੈਸੇਜ ਭੇਜਿਆ? ਰਾਜੇ ਨੇ ਆਪਣੇ ਨੌਕਰਾਂ ਨੂੰ, ਆਪਣੇ ਜਿਹੜੇ ਉੱਥੇ ਦੇ ਮੰਤਰੀ ਸੰਤਰੀਆਂ ਨੂੰ ਸਲਾਹ ਕੀਤੀ ਕਿ ਇੱਕ ਨਬੀ ਰਹਿੰਦਾ ਦਰਿਆ ਦੇ ਲਾਗੇ, ਉਹਦੇ ਕੋਲ ਆਪਾਂ ਚੱਲੀਏ, ਉਹਨੂੰ ਕਹੀਏ, ਉਹ ਵੀ ਪਰਮੇਸ਼ਵਰ ਦਾ ਨਬੀ। ਕਿਹੜਾ ਨਬੀ? ਤੇ ਮੋਰੇ ਬੰਦੇ ਕਿਹਦੇ ਆ? ਨਬੀ ਕਿਹੜਾ? ਮੋਰੇ ਬੰਦੇ ਕਿਹਦੇ ਆ? ਜਿਹੜੇ ਮੋਰੇ ਬੰਦੇ ਆ, ਜਿਹੜਾ ਪਰਮੇਸ਼ਵਰ ਦਾ ਮੋਰੇ ਬੰਦਾ, ਉਹ ਕੌਣ ਆ? ਮੂਸਾ। ਕੌਣ ਆ ਜੀ? ਮੂਸਾ ਜੀ ਪਰਮੇਸ਼ਵਰ ਦਾ ਆਦਮੀ ਸੀਗਾ। ਉਹ ਪਰਮੇਸ਼ਵਰ ਨਾਲ ਆਮੋ ਸਾਹਮਣੇ ਗੱਲਬਾਤ ਕਰਨ ਵਾਲਾ ਸੀ। ਹਾਲੇਲੂਇਆ, ਹਾਲੇਲੂਇਆ। ਉਹਨੂੰ ਸ਼ਰਾਪ ਦੇਣ ਲਈ ਪਰਮੇਸ਼ਵਰ ਦੇ ਨਬੀ ਨੂੰ ਲੱਭਿਆ। ਇਹਨੂੰ ਲੱਭਿਆ। ਧਿਆਨ ਦੇਣਾ, ਮਸੀਹਾਂ ਨੂੰ ਕੀ ਲੱਗਿਆ ਹੁਣ? ਤੁਸੀਂ ਇੱਕ ਬਾਪ ਤੋਂ ਜੰਮੇ ਹੋ, ਪ੍ਰਭੂ ਯਿਸੂ ਮਸੀਹ ਤੋਂ। ਤੁਸੀਂ ਭਰਾ ਹੋ ਇੱਕ ਦੂਜੇ ਦੇ, ਭੈਣਾਂ ਹੋ ਇੱਕ ਦੂਜੇ ਦੀਆਂ। ਤੁਸੀਂ ਭੈਣ ਭਰਾ ਹੋ ਇੱਕ ਦੂਜੇ ਦੇ। ਹਾਲੇਲੂਇਆ। ਕੀ ਹੋ ਤੁਸੀਂ? ਇੱਕ ਦੂਜੇ ਦੇ ਭੈਣ ਭਰਾ ਵਾ। ਤੇ ਇਸ ਲਈ ਆਪਸ ਵਿੱਚ ਕਦੀ ਵੀ ਫੁੱਟ ਤੇ ਇੱਥੇ ਭਰਾਵਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਆਪ ਨੂੰ ਬਚਾਉਣ ਲਈ ਭਰਾਵਾਂ ਨੂੰ ਲੜਾਉਣ ਦੀ ਕੋਸ਼ਿਸ਼ ਵੀ ਭਰਾ ਨੂੰ ਕੀ ਦੇ ਦੇਵੇ? ਸ਼ਰਾਬ ਦੇ ਦੇਵੇ। ਕੀ ਦੇ ਦੇਵੇ? ਦੇਖੋ, ਇਹ ਬੰਦਾ ਪੁਰਾਣੇ ਨੇਮ ਦੇ ਵਿੱਚ ਆ। ਬਲਿਆਮ ਕਿੱਥੇ ਆ? ਪੁਰਾਣੇ ਨੇਮ ਦੇ ਵਿੱਚ ਆ। ਇਹ ਮੂਸਾ ਦੀਆਂ 5 ਕਿਤਾਬਾਂ ਵਿੱਚੋਂ ਇੱਕ ਕਿਤਾਬ ਹੈ, ਗਿਣਤੀ ਦੀ ਕਿਤਾਬ, ਜਿਹਦੇ ਵਿੱਚ ਇਹਦਾ ਜ਼ਿਕਰ ਆ। ਪਰ ਇਹਦਾ ਜ਼ਿਕਰ ਪ੍ਰਭੂ ਕਿੱਥੇ ਕਰ ਰਿਹਾ? ਲਾਸਟ ਪ੍ਰਕਾਸ਼ ਦੀ ਪੋਥੀ ਚ। ਪ੍ਰਭੂ ਕਿਤਾਬ ਦੇ ਵਿੱਚ ਜ਼ਿਕਰ ਕਿਹੜੀ ਵੀ ਕਰ ਰਿਹਾ ਵਾ? ਪ੍ਰਕਾਸ਼ ਦੀ ਪੋਥੀ। ਬਾਈਬਲ ਦੀ ਕਿਹੜੀ ਕਿਤਾਬ ਆ? ਲਾਸਟ ਬੁੱਕ ਆ। ਇਹ ਬਾਈਬਲ ਦੀ ਲਾਸਟ ਬੁੱਕ ਆ। ਇਸ ਤੋਂ ਬਾਅਦ ਕੋਈ ਕਿਤਾਬ ਨਹੀਂ ਬਣੀ। ਪ੍ਰਕਾਸ਼ ਦੀ ਪੋਥੀ ਤੋਂ ਬਾਅਦ ਕੋਈ ਕਿਤਾਬ ਨਹੀਂ ਆਈ। ਉਸ ਕਿਤਾਬ ਵਿੱਚ ਕਿਹਦਾ ਜ਼ਿਕਰ ਹੋ ਰਿਹਾ? ਬਲਿਆਮ ਦਾ। ਇਹਦਾ ਮਤਲਬ ਇਹਨੇ ਕੋਈ ਤਾਂ ਗੜਬੜ ਕੀਤੀ ਆ, ਪਰ ਤੁਸੀਂ ਕਦੀ ਗੌਰ ਇਹਦੇ ਤੇ ਕੀਤਾ ਹੀ ਨਹੀਂ। ਅਸੀਂ ਪੁਰਾਣੇ ਨੇ ਪੜ੍ਹ ਲਿਆ, ਠੀਕ ਆ। ਕਦੀ ਨਵੇਂ ਨੇ ਵੀ ਪੜ੍ਹ ਕੇ ਦੇਖੋ, ਜਿਹਦਾ ਨਾਮ ਹੈ ਲੂਸੀ ਘਰ ਵਾਲੀ ਦਾ ਵਿੱਚ ਨਾਮ ਆਇਆ, ਕੋਈ ਤਾਂ ਕਾਰਨ ਹੈ। ਜਿਹੜਾ ਲੂਸੀ ਘਰ ਵਾਲੀ ਦਾ ਕੀ ਆ ਗਿਆ? ਨੂਹ ਨਬੀ ਦਾ ਨਾਮ ਆਇਆ, ਉਸ ਸਮੇਂ ਦਾ ਨਾਮ ਆਇਆ, ਕੋਈ ਤਾਂ ਕਾਰਨ ਹੈ ਜਿਹੜਾ ਕਦੀ ਗੌਰ ਕੀਤੀ ਕਿਉਂ ਆਇਆ? ਮੈਂ ਪੜ੍ਹ ਰਿਹਾ ਪ੍ਰਕਾਸ਼ ਦੀ ਪੋਥੀ ਦਾ ਜੋ ਪੜ੍ਹਿਆ, ਮੈਂ ਕਾਹਦੇ ਵਾਸਤੇ? ਪ੍ਰਭੂ ਜੀ ਦਾ ਨਾਮ ਦਾ ਵੀ ਤੁਹਾਡੇ ਵਿੱਚ ਕਹਿੰਦਾ ਇਦਾਂ ਦੇ ਮਸੀਹ ਵੀ ਹੈਗੇ ਆ ਜਿਹੜੇ ਬਲਿਆਮ ਦੀ ਸਿੱਖਿਆ ਨੂੰ ਧਾਰੀ ਫਿਰਦੇ। ਬਲਿਆਮ ਨੇ ਕਿਹੜੀ ਸਿੱਖਿਆ ਦੇ ਦਿੱਤੀ? ਮੈਂ ਕਿਹਾ ਪ੍ਰਭੂ ਜੀ ਜਿਹੜੀ ਧਾਰੀ ਹੋਈ ਅੱਜ। ਪ੍ਰਭੂ ਕਹਿੰਦਾ ਸੰਗਤ ਨੇ ਵੀ ਧਾਰੀ ਨਹੀਂ, ਕਈਆਂ ਦੇ ਪਾਦਰੀਆਂ ਨੇ ਵੀ ਉੱਚੀ ਮਾਈਆਂ ਨੇ, ਕਈਆਂ ਪਾਸਟਰਾਂ ਨੇ ਵੀ ਇਹ ਸਿੱਖਿਆ। ਚੈੱਕ ਕਰੀਏ ਤੁਸੀਂ ਬੁਖਾਰ ਚੈੱਕ ਕਰਾਉਂਦੇ ਹੋ ਕਿ ਨਹੀਂ? ਤੇ ਉਹਦੇ ਕਹਿੰਦੇ ਸਾਨੂੰ ਬੁਖਾਰ ਆ, ਉਹ ਪਤਾ ਉਹ ਤੁਹਾਡੇ ਮੂੰਹ ਵਿੱਚ ਕੀ ਰੱਖਦਾ? ਥਰਮਾਮੀਟਰ ਰੱਖਦਾ ਹੈ। ਜਾਂ ਉਹ ਮੂੰਹ ਦਾ ਨਿਕਲ ਚਾਬੀ ਤੁਹਾਡੇ ਮੱਥੇ ਦੇ ਮਾਰਦਾ, ਹਾਂ ਗੋਲੀ, ਫਿਰ ਆ ਜਾਂਦਾ ਉਹਨੇ ਕੀ ਬੁਖਾਰ ਨਹੀਂ। ਕਰੀਏ ਚੈੱਕ। ਫਿਰ ਉਹਨਾਂ ਚ ਆਪਾਂ ਆਪਣੇ ਆਪ ਨੂੰ ਕਰੀਏ ਚੈੱਕ। ਬੋਲੋ ਪ੍ਰਭੂ ਜੀ ਮੈਂ ਤਿਆਰ ਹਾਂ, ਮੇਰਾ ਚੈੱਕਅਪ ਕਰੋ ਵੀ ਕਿਤੇ ਮੇਰੇ ਅੰਦਰ ਬਲਿਆਮ ਦੀ ਸਿੱਖਿਆ ਤਾਂ ਨਹੀਂ ਆ। ਇਹ ਮੇਰੇ ਅੰਦਰ ਬਲਿਆਮ ਦੀ ਸਿੱਖਿਆ ਹੈਗੀ ਆ, ਅੱਜ ਹੀ ਖਤਮ ਹੋ ਜਾਵੇ ਪ੍ਰਭੂ ਜੀ। ਆਮੀਨ। ਹਾਂਜੀ ਪਤਰਸ ਜੀ, ਸ਼ਾਇਦ ਮੈਂ ਫਤਹ ਪਾਵਾਂ ਅਤੇ ਅਸੀਂ ਉਹਨਾਂ ਨੂੰ ਇਉਂ ਮਾਰੀਏ ਭਾਈ ਮੈਂ ਉਹਨਾਂ ਨੂੰ ਆਪਣੇ ਦੇਸ਼ ਤੋਂ ਕੱਢ ਦਿਆਂ, ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਹਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ, ਜਿਹਨੂੰ ਤੂੰ ਸ਼ਰਾਬ ਦੇਵੇਂ ਉਹ ਸ਼ਰਾਬੀ ਹੈ। ਹਾਲੇਲੂਇਆ, ਹਾਲੇਲੂਇਆ। ਦੂਜੇ ਲੋਕਾਂ ਨੂੰ ਇਹ ਪਤਾ ਵਾ ਵੀ ਤੁਸੀਂ ਜਿਹਦੇ ਵਾਸਤੇ ਦੁਆ ਕਰ ਦੋ ਵੀ ਉਹ ਬੰਦਾ ਬਲੈਸ ਹੋ ਜਾਊਗਾ, ਤੇ ਜਿਹਨੂੰ ਤੁਸੀਂ ਮਾੜਾ ਕਹਿ ਦੋ ਤਾਂ ਉਹਦਾ ਕੀ ਹੋ ਜਾਵੇਗਾ? ਨੁਕਸਾਨ ਹੋ ਜਾਵੇਗਾ। ਇਹ ਸਾਰੀ ਸੰਗਤ ਲਈ ਨਹੀਂ ਹੈ ਕਲਾਮ, ਇਹ ਸਿਰਫ ਔਰ ਸਿਰਫ ਰੱਬ ਦੇ ਨਬੀ ਵਾਸਤੇ ਆ ਵੀ ਨਬੀ ਜਿਹਨੂੰ ਮਾੜਾ ਕਹਿ ਦੇਵੇ ਉਹਦਾ ਕੀ ਹੋ ਜਾਣਾ? ਮਾੜਾ। ਤੇ ਜਿਹਨੂੰ ਬਰਕਤ ਦੇ ਦਿੱਤੀ ਤੇ ਉਹਦਾ ਮੁਬਾਰਕ ਹੋ ਜਾਣਾ। ਮੁਬਾਰਕ ਹੋ ਜਾਣਾ, ਉਹਦਾ ਬੇੜਾ ਪਾਰ ਲੰਘ ਜਾਣਾ ਹੈ। ਹਾਲੇਲੂਇਆ। ਹਾਂਜੀ ਪਤਰਸ ਜੀ। ਤਾਂ ਮੋਆਬ ਦੇ ਬਜ਼ੁਰਗ ਅਲ ਮਿਦਿਆਨ ਦੇ ਬਜ਼ੁਰਗ ਚੱਲ ਪਏ ਅਤੇ ਉਹਨਾਂ ਦੇ ਹੱਥਾਂ ਵਿੱਚ ਫਾਲ ਪਾਉਣ ਦੇ ਇਨਾਮ ਸਨ ਅਤੇ ਉਹ ਬਲਿਆਮ ਕੋਲ ਆ ਕੇ ਉਹਨਾਂ ਨੂੰ ਬਲਾਕ ਦੀਆਂ ਗੱਲਾਂ ਬੋਲੇ। ਤਾਂ ਉਸ ਉਹਨਾਂ ਨੂੰ ਆਖਿਆ ਤੁਸੀਂ ਇੱਥੇ ਰਾਤ ਕੀਕੋ ਅਤੇ ਜਿਵੇਂ ਯਹੋਵਾ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖਬਰ ਲਿਆਵਾਂਗਾ। ਉਪਰੰਤ ਮੋਆਬ ਦੇ ਸਰਦਾਰ ਬਲਿਆਮ ਨਾਲ ਠਹਿਰੇ। ਪਰਮੇਸ਼ਵਰ ਨੇ ਬਲਿਆਮ ਕੋਲ ਆਣ ਕੇ ਆਖਿਆ ਕਿ ਇਹ ਮਨੁੱਖ ਤੇਰੇ ਨਾਲ ਕੌਣ ਹਨ? ਅੱਗੋਂ ਬਲਿਆਮ ਨੇ ਪਰਮੇਸ਼ਵਰ ਨੂੰ ਆਖਿਆ ਸਿਪੋਰ ਦੇ ਪੁੱਤਰ ਬਲਾਕ ਮੋਆਬ ਦੇ ਰਾਜੇ ਨੇ ਉਹਨਾਂ ਨੂੰ ਮੇਰੇ ਕੋਲ ਇਹ ਆਖ ਕੇ ਘੱਲਿਆ ਕਿ ਵੇਖੋ ਇਹ ਉਮਤ ਜਿਹੜੀ ਮਿਸਰ ਤੋਂ ਆ ਰਹੀ ਹੈ ਉਸਨੇ ਧਰਤੀ ਦੀ ਪਰਤ ਨੂੰ ਢੱਕ ਲਿਆ ਹੈ। ਹੁਣ ਆ ਮੇਰੇ ਲਈ ਉਹਨਾਂ ਨੂੰ ਬਦ ਦੁਆ ਦੇ, ਸ਼ਾਇਦ ਮੈਂ ਉਹਨਾਂ ਨਾਲ ਲੜ ਸਕਾਂ ਤਾਂ ਜੋ ਉਹਨਾਂ ਨੂੰ ਕੱਢ ਦਿਆਂ।
ਪਰ ਪਰਮੇਸ਼ਵਰ ਨੇ ਬਲਿਆਮ ਨੂੰ ਆਖਿਆ ਇਹਨਾਂ ਨਾਲ ਨਾ ਜਾਈ, ਨਾ ਇਸ ਪਰਦਿਆਂ ਨੂੰ ਸ਼ਰਾਪ ਦੇਈ, ਕਿਉਂ ਜੋ ਉਹ ਮੁਬਾਰਕ ਹਨ। ਹਾਲੇਲੂਇਆ। ਹਾਲੇਲੂਇਆ। ਸਮਝ ਆਈ ਹੁਣ ਕਲਾਮ ਦੀ? 3 ਲੋਕ ਗਏ ਨੇ, ਨਾਲ ਕੀ ਲੈ ਕੇ ਗਏ ਨੇ? ਨਾਲ ਕੀ ਲੈ ਕੇ ਗਏ ਨੇ? ਨਾਲ ਇਨਾਮ ਲੈ ਕੇ ਗਏ ਨੇ। ਕੀ ਲੈ ਕੇ ਗਏ ਨੇ? ਇਨਾਮ ਲੈ ਕੇ ਗਏ ਨੇ, ਧਨ ਦੌਲਤ ਲੈ ਕੇ ਗਏ ਨੇ, ਪੈਸਾ ਲੈ ਕੇ ਗਏ ਨੇ। ਰੱਬ ਦੇ ਦਾਸ ਨੂੰ ਦਵਾਂਗੇ ਜੋ ਸਾਡੇ ਨਾਲ। ਬੋਲਿਓ, ਹੱਥ ਉਠਾਓ, ਮੈਂ ਜਾਗਦਾ ਵਾਂ। ਬੋਲੋ, ਮੈਂ ਜਾਗ ਰਿਹਾ, ਮੈਂ ਸੁੱਤਾ ਨਹੀਂ ਆ। ਵੈਰੀ ਗੁੱਡ, ਸੋਣਾ ਵੀ ਨਹੀਂ ਆ। ਹਾਲੇਲੂਇਆ। ਵੀ ਨਾਲ ਕੀ ਲੈ ਕੇ ਗਏ ਨੇ? ਸੋਨਾ ਚਾਂਦੀ ਪੈਸੇ ਨਾਲ ਲੈ ਕੇ ਗਏ ਨੇ, ਇਨਾਮ ਨਾਲ ਲੈ ਕੇ ਗਏ ਨੇ। ਰੱਬ ਦੇ ਨਬੀ ਦੇ ਕੋਲ ਵੀ ਉਹਨੂੰ ਜਦੋਂ ਇਨਾਮ ਦਵਾਂਗੇ ਤੇ ਸਾਡੇ ਨਾਲ ਚੱਲੇਗਾ। ਉਹਨੇ ਕੀ ਕਿਹਾ? ਰੁਕੋ, ਅੱਜ ਦੀ ਰਾਤ ਪਹਿਲਾਂ ਮੈਂ ਕੀ ਕਰਾਂਗਾ? ਪਰਮੇਸ਼ਵਰ ਦੇ ਨਾਲ ਕੀ ਕਰਾਂਗਾ? ਗੱਲਬਾਤ। ਪਰਮੇਸ਼ਵਰ ਨਾਲ ਕੀ ਕਰਾਂਗਾ? ਸਾਡੇ ਲੋਕਾਂ ਵਰਗਾ ਨਹੀਂ ਸੀ ਉਹ। ਪਹਿਲਾਂ ਵੀ ਜਿਹਨੂੰ ਦਿੱਤਾ ਨਾ 500 ਰੁਪਇਆ, ਅੱਜ ਚਰਚ में ਗਈ, ਅੱਜ ਤੈਨੂੰ 100 ਰੁਪਇਆ ਦਿਹਾੜੀ ਐਕਸਟਰਾ ਮਿਲੂਗੀ। ਤੂੰ ਰਹਿਣ ਦੇ, 100 ਰੁਪਇਆ ਕਮਾਉਂਦੇ ਆ, ਚਲੋ ਆ ਚੱਲੀਏ। ਕਿੱਥੇ ਜਾਣਾ? ਉੱਥੇ ਜਾਣਾ, ਕਿੱਥੇ ਨੂੰ ਚੱਲਦੇ ਆ। ਚੱਲ ਏਦਾਂ ਕਰਦਾ, ਅੱਜ ਟਿਕਟ ਮੇਰੇ ਵੱਲੋਂ ਆ 400 ਰੁਪਏ ਦੀ ਟਿਕਟ ਤੇ ਵਿਕਣ ਆ ਲਿਓ। ਬੋਲ ਦਿਓ 400 ਦੀ ਟਿਕਟ ਦਾ ਕਰਕੇ ਤੈਨੂੰ 50 ਰੁਪਏ ਦਾ ਬਰਗਰ ਖਵਾਉਂਗਾ, ਤੈਨੂੰ ਡਬਲ ਟਿੱਕੀ ਲੱਗਦੀ ਆ ਤੇ ਤੈਨੂੰ ਬਰਗਰ ਵਰਗਾ ਬਣਵਾਉਂਗਾ। ਚੱਲ ਮੇਰੇ ਨਾਲ ਮੋਟਰਸਾਈਕਲ ਤੇ ਬਰਗਰ ਦਾ ਕਰਕੇ। ਕੋਈ ਬੋਲੋ, ਤੇਰੇ ਫੋਨ ਤੇ ਮੈਂ 10 ਰੁਪਏ ਦਾ ਛੋਟਾ ਰਿਚਾਰਜ ਕਰਾ ਦੂੰਗਾ, ਮੇਰੇ ਨਾਲ ਚੱਲ। ਇੱਕ ਦਿਨ ਦਾ ਤੈਨੂੰ ਨੈਟ ਪੈਕ ਪਵਾ ਦੇਣਾ, ਮੇਰੇ ਨਾਲ ਯਾਰ ਮੋਟਰਸਾਈਕਲ ਤੇ। ਅੱਜ ਰਹਿੰਦੇ ਚਰਚ ਕੀ ਕਰਨਾ ਯਾਰ, ਭਜਨ ਕੀ ਜਾਣਾ। ਚੱਲ ਆ ਤੇਰੀ ਭਾਬੀ ਨੂੰ ਮਿਲ ਕੇ ਉਹਨਾਂ ਨਾਲੇ ਤੈਨੂੰ ਚੀਜ਼ੀ ਖਵਾ ਦੂੰਗਾ। ਤੂੰ ਮਾਨੀ ਬਾਨੀ ਰੱਖਣੀ ਆ। ਕੁੜੀ ਦੇ ਭਰਾ ਨਾਲ ਆ ਜਾ ਕੇ ਕਿਹੜੀ ਕੁੜੀ ਕੱਢ ਕੇ ਆਉਂਦੇ ਆ, ਘੁਮਾ ਕੇ ਲਿਆਉਂਦੇ ਆ, ਸੈਂਡਵਿਚ ਘੁੰਮ ਆਉਂਦੇ ਆ, ਹੋਰ ਕਿਤੇ ਘੁੰਮ ਆਉਂਦੇ ਆ। ਆ ਜਾ, ਤੈਨੂੰ ਸ਼ਬੀਲ ਠੰਡੇ ਪਾਣੀ ਦੀ ਪਿਲਾ ਲਿਆਉਂਦੇ ਆ। ਬੋਲੋ, ਫਿਰ ਨਾਲ ਚੱਲ ਜਾਂਦੇ ਆ ਜਾਂ ਨਹੀਂ ਜਾਂਦੇ? ਚੱਲ ਜਾਂਦੇ ਆ ਨਾ। ਬਰਗਰ ਦੇ ਪਿੱਛੇ ਤੁਰ ਪੈਂਦੇ ਆ, 10 ਰੁਪਏ ਦੇ ਨੈਟ ਪਿੱਛੇ, ਮੋਟਰਸਾਈਕਲ ਦੇ ਝੂਟੇ ਦੇ ਪਿੱਛੇ ਤੁਰ ਪੈਂਦੇ ਹੋ ਤੇ ਉਹਨੂੰ ਵੀ ਪੈਸੇ ਦਿੱਤੇ ਆ। ਕੀ ਕਹਿੰਦੇ ਆ? ਸਾਡੇ ਨਾਲ ਚੱਲ। ਉਹ ਕਹਿੰਦਾ ਰੁਕੋ, ਪਹਿਲਾਂ ਮੈਨੂੰ ਪਰਮੇਸ਼ਵਰ ਦੇ ਨਾਲ ਗੱਲ ਕਰ ਲਾ। ਕਦੀ ਤੁਸੀਂ ਕਹਿੰਦੇ ਹੋ ਭਰਾਵਾ ਮੈਂ ਨਹੀਂ ਜਾਣਾ, ਅੱਜ ਮੈਂ ਪਰਮੇਸ਼ਵਰ ਨਾਲ ਕੀ ਕਰਨੀ ਆ? ਗੱਲਬਾਤ ਕਰਨੀ ਆ। ਕਦੀ ਕਹਿੰਦੇ ਹੋ ਖੁਦਾ ਨੂੰ ਵੀ ਅੱਜ ਪ੍ਰਭੂ ਨਾਲ ਪਹਿਲਾਂ ਮੈਂ ਗੱਲ ਕਰਨੀ ਆ, ਫਿਰ ਤੇਰੇ ਨਾਲ ਚੱਲਾਂਗਾ। ਇਹ ਕੀ ਪਤਾ ਭਰਾਵਾ, ਇੱਥੇ ਜਾਂਦਿਆਂ ਦੀ ਤੇਰੀ ਮੌਤ ਲਿਖੀ ਹੋਵੇ ਤੇ ਨਾਲ ਰਾਜੇ ਨੂੰ ਪ੍ਰੇਤਨ ਤੇਰੇ ਨਾਲ ਮੈਂ ਵੀ ਭੁੜਕ ਜਾਵਾਂ। ਵੀ ਸ਼ਰਾਬੀ ਨਾਲ ਜਾਊਂਗੇ, ਸ਼ਰਾਬੀ ਨੂੰ ਪੀ ਕੇ ਮਾਰੂਗਾ। ਕਹੇ ਜਿਹੜਾ ਪਿੱਛੇ ਦੋਸ਼ੀ ਬੈਠਾ ਹੁੰਦਾ, ਸ਼ਰਾਬੀ ਬਾਜਾਂ ਨੂੰ ਜਿਹੜਾ ਪਿੱਛੇ ਬੈਠਾ ਹੁੰਦਾ, ਭੁੜਕ ਕੇ ਟਰੱਕ ਥੱਲੇ ਵੜ ਜਾਂਦਾ। ਬਟਾ ਮੇਰਾ ਪਿਛਲੇ ਤੇ ਜਾਂਦੀਆਂ ਲੱਗਦੀਆਂ, ਪਿਛਲੇ ਤਾਂ ਲੱਗ ਜਾਂਦੇ ਨੂੰ ਅਗਲ ਆਵੇ ਬੈਠਾ ਕਿਉਂ ਨਾ ਰਹੇ। ਦੇਖ ਲਓ ਜਿੱਥੇ ਕਿਤੇ ਵੀ ਐਕਸੀਡੈਂਟ ਹੋ, ਪਿਛਲੇ ਬੰਦੇ ਦੇ ਹਮੇਸ਼ਾ ਹੀ ਜਾਰੀ ਉਹਦੇ ਛੱਟ ਇਸੀ ਗੱਲ ਲੱਗਦੀ, ਉਹਨੂੰ ਅਕਲ ਆਵੇ ਵੀ ਕਦੀ ਫਰੀ ਦਾ ਝੂਟਾ ਨਹੀਂ ਲੈਣਾ। ਬਿਨਾਂ ਵਜ੍ਹਾ ਨਹੀਂ ਕਿਸੇ ਨਾਲ ਪੁੱਟੇਣਾ, ਕੋਈ ਕੰਮ ਹੋਵੇ ਤਾਂ ਬੈਠੋ ਜੀ। ਫਿਰ ਦੁਆਰਾ ਪਾਸ ਨਹੀਂ ਉਹ ਫਲਾਣਾ ਸ਼ਰਾਬੀ ਸੀ, ਆ ਮੇਰਾ ਸੋਹਣਾ ਨਾਲ ਉੱਤੇ ਹੀ ਬਹਿ ਗਿਆ। ਇੱਥੋਂ ਤੱਕ ਦਹੀਂ ਲੈਣ ਚੱਲੇ ਸੀ, ਬਸ ਦਹੀਂ ਲੈਣ ਗਏ ਤੇ ਲੱਸੀ ਬਣਾ ਕੇ ਲੈ ਆਏ। ਬਲਿਆਮ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੋ ਪੈਸੇ ਨਾਲ, ਵੀ ਚੱਲ ਸਾਡੇ ਨਾਲ ਜਾ ਕੇ ਕੀ ਦੇਣਾ ਉਹਨਾਂ ਨੂੰ? ਸ਼ਰਾਬ ਦੇਣਾ। ਪਰ ਉਹ ਕਹਿੰਦਾ ਮੈਂ ਪਹਿਲਾਂ ਪਰਮੇਸ਼ਵਰ ਤੋਂ ਪੁੱਛਾਂਗਾ। ਤੇ ਪਰਮੇਸ਼ਵਰ ਨੇ ਕੀ ਕਿਹਾ? ਮਨਾ ਕਰਤਾ। ਮਨਾ ਨਹੀਂ, ਕੀ ਕਿਹਾ ਪਰਮੇਸ਼ਵਰ ਨੇ? ਤੂੰ ਉਹਨਾਂ ਨਾਲ ਨਾ ਜਾਈ। ਤੂੰ ਉਹਨਾਂ ਦੇ ਨਾਲ ਨਾ ਜਾਈ। ਤੂੰ ਉਹਨਾਂ ਲੋਕਾਂ ਨੂੰ ਸ਼ਰਾਬ ਨਹੀਂ ਦੇਣਾ। ਕਿਉਂ ਨਹੀਂ ਦੇਣਾ? ਉਹ ਮੁਬਾਰਕ ਲੋਕ ਆ। ਕਾਹਤੋਂ ਨਹੀਂ ਦੇਣਾ ਜੀ? ਕਾਹਤੋਂ ਨਹੀਂ ਸ਼ਰਾਬ ਦੇਣਾ? ਕਿਉਂ ਜੋ ਮੁਬਾਰਕ ਲੋਕ ਨੇ। ਪਰਮੇਸ਼ਵਰ ਤੇ ਆਵਾਜ਼ ਦੇ ਦਿੱਤੀ ਉਹਨਾਂ ਦੇ ਨਾਲ। ਇਹ ਕੀ ਹੈ? ਪਰਮੇਸ਼ਵਰ ਦੀ ਆਵਾਜ਼ ਹੈ ਤੇ ਪਰਮੇਸ਼ਵਰ ਦੀ ਮਰਜ਼ੀ ਆ ਵੀ ਨਾਲ ਨਹੀਂ ਜਾਣਾ, ਨਾਲ ਨਹੀਂ ਜਾਣਾ। ਇਹਨੇ ਜਿੱਦਾਂ ਸੁਣਿਆ ਉਹਨਾਂ ਨੂੰ ਕਹਿਤਾ ਵੀ ਭਰਾ ਆ ਤੁਹਾਡੇ ਪੈਸੇ ਪੈ ਲੈ ਜਾਓ। ਪਰਮੇਸ਼ਵਰ ਨੇ ਮੈਨੂੰ ਕੀ ਕਰ ਦਿੱਤਾ? ਉਹ ਵਾਪਸ ਗਏ। ਉਪਰੰਤ ਬਲਿਆਮ ਨੇ ਸਵੇਰ ਨੂੰ ਉੱਠ ਕੇ ਬਲਾਕ ਦੇ ਸਰਦਾਰਾਂ ਨੂੰ ਆਖਿਆ ਆਪਣੇ ਦੇਸ਼ ਨੂੰ ਜਾਓ, ਕਿਉਂ ਜੋ ਯਹੋਵਾ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਵਰਜਿਆ ਹੈ। ਹਾਲੇਲੂਇਆ, ਹਾਲੇਲੂਇਆ। ਕਿੰਨਾ ਅੱਛਾ ਬੰਦਾ। ਪੈਸੇ ਨੂੰ ਕੀ ਕਰ ਦਿੱਤਾ ਇਹਨੇ? ਨਾ ਕਰ ਦਿੱਤੀ। ਪੈਸੇ ਨੂੰ ਕੀ ਕਰ ਦਿੱਤੀ? ਨਾ ਕਰ ਦਿੱਤੀ ਇਹਨੇ। ਪੈਸੇ ਨੂੰ ਕੀ ਕਰ ਦਿੱਤੀ? ਤੁਸੀਂ ਕਦੀ ਨਾ ਕੀਤੀ ਪੈਸੇ ਨੂੰ? ਬੋਲੋ, ਉਹ ਤੁਸੀਂ ਲੋਕ ਇਹਦੇ 10 ਰੁਪਏ ਟਿਕਟ ਉੱਤੇ ਕਰ ਰੱਖੇ ਪੈਸੇ 10 ਰੁਪਏ ਟਿਕੇ। ਅੱਛਾ, ਕਿਤੇ ਕਿਤੇ ਪੈ ਹੋਣੇ
ਦੱਸ ਲਓ ਜਦੋਂ ਕਿਤੇ ਗਿਆ ਨਾਲ ਛੱਡ ਲਓ ਚੱਕ ਲੈਣੇ ਜੇ ਵੀ ਪਾ ਦੇ ਅਸੀਂ 10 ਰੁਪਏ ਨਹੀਂ ਛੱਡਦੇ ਦੋਨੇ ਕਿੰਨੇ ਛੱਡ ਦਿੱਤੇ ਆ ਉਹਨੇ ਲੱਖਾਂ ਪੈਸੇ ਛੱਡ ਦਿੱਤੇ ਆ ਹਾਲੇਲੂਇਆ ਅਸੀਂ ਤਾਂ 500 ਰੁਪਏ ਦੇ ਨਾਲ ਕੁਝ ਪੈਨੇ ਆ ਨਿਆਣੇ ਵੀ 10 ਰੁਪਏ ਦੇਉਂਗੇ ਨਾ ਚੀਜ਼ੀ ਵਾਸਤੇ ਤੇ 10 ਉਹਨੂੰ ਉਦਾ ਦੋਗੇ ਨਾਲ ਫਿਰ ਤੁਰਦਾ ਦੁਕਾਨ ਤੇ ਉਹ ਏਦਾਂ ਹੀ ਹੈ ਨਾ ਜਿਹਨੂੰ ਵੀ ਦਿੱਤਾ ਪੈਸਾ ਯਾਰ ਮੇਰੇ ਯਾਰ ਕੀ ਹੈ ਉਹ ਉਨੀ ਵਿਚਾਰੇ ਕਹਿੰਦਾ ਮੈਂ ਵੀ ਚੀਜ਼ੀ ਲੈ ਕੋਣੀ ਉਹਦੇ ਵੀ ਉਹਨੂੰ ਵੱਖਰਾ ਪੈਸਾ ਦਿੰਦੇ ਹੋ ਜਾਂ ਨਹੀਂ ਫਿਰ ਤੁਰਦੇ ਆ ਦੇਖੋ ਤੇ ਬਲਿਆਮ ਨੇ ਕੀ ਕਰ ਦਿੱਤੀ ਆ ਨਾ ਕਰਤੀ ਕੁਝ ਤਾਂ ਗੜਬੜ ਹੈ ਉਹਦੇ ਵੀ ਬਲਿਆਮ ਨੇ ਕੀ ਕੀਤੀ ਆ ਨਾ ਕੀਤੀ ਕਹਿੰਦਾ ਮੈਂ ਪੈਸੇ ਬੜਾ ਅੱਛਾ ਨਬੀ ਆ ਵੀ ਇਹਨੇ ਪੈਸੇ ਨਹੀਂ ਲੈ ਪਰ ਅੱਜ ਦੇ ਨਬੀ ਕੀ ਲੈਂਦੇ ਆ ਇਹ ਕੀਤੀ ਹੈ ਨਬੀ ਨੇ ਨਾ ਕੀਤੀ ਤੇ ਉਹਨੇ ਉਦਾਂ ਹੀ ਉੱਠ ਕੇ ਚੇਲਿਆਂ ਨੂੰ ਕਹਿਤਾ ਜਿਹੜੇ ਤਿੰਨ ਆਏ ਕਹਿੰਦਾ ਪਰਮੇਸ਼ਰ ਨੇ ਮੈਨੂੰ ਮਨਾ ਕੀਤਾ ਤੁਹਾਡੇ ਨਾਲ ਜਾਣ ਤੋਂ ਜਾਓ ਮੁੜ ਜਾਓ ਤੇ ਉਹ ਮੁੜ ਗਏ ਹਾਂਜੀ ਪਤਰਸੀ ਤਾਂ ਮੁਆਬ ਦੇ ਸਰਦਾਰ ਉੱਠ ਕੇ ਬਲਾਕ ਕੋਲ ਆਏ ਤੇ ਉਹਨਾਂ ਨੇ ਆਖਿਆ ਬਲਿਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕੀਤਾ ਹੈ ਜਾ ਕੇ ਰਾਜੇ ਨੂੰ ਕਹਿੰਦੇ ਵੀ ਉਹਨੇ ਕੀ ਕਰ ਦਿੱਤਾ ਨਬੀ ਨੇ ਇਨਕਾਰ ਨਬੀ ਨੇ ਕੀ ਕਰ ਦਿੱਤਾ ਇਨਕਾਰ ਮਨਾ ਕਰ ਦਿੱਤਾ ਹੈ ਕੀ ਕਰ ਦਿੱਤਾ ਹੈ ਮਨਾ ਕਰ ਦਿੱਤਾ ਵੀ ਮੈਂ ਤੁਹਾਡੇ ਨਾਲ ਨਹੀਂ ਆ ਸਕਦਾ ਹੁਣ ਸੁਣੋ ਰਾਜਾ ਕੀ ਕਹਿ ਰਿਹਾ ਹਾਂਜੀ ਤਦ ਬਲਾਕ ਨੇ ਇੱਕ ਵਾਰ ਹੋਰ ਸਰਦਾਰ ਕੱਲੇ ਇੱਕ ਵਾਰੀ ਹੋਰ ਸਰਦਾਰ ਕੱਲੇ ਜਿਹੜੇ ਇਹਨਾਂ ਨਾਲੋਂ ਵਧੀਕ ਅਰ ਪਤਵੰਤੇ ਸਨ ਜਿਹੜੇ ਇਹਨਾਂ ਨਾਲੋਂ ਜ਼ਿਆਦਾ ਅਮੀਰ ਤੇ ਸੱਜਣ ਮਿੱਤਰ ਸਨ ਪਤਵੰਤੇ ਸਨ ਉਹ ਬਲਿਆਮ ਕੋਲ ਆਏ ਤੇ ਉਹਨਾਂ ਨੂੰ ਆਖਿਆ ਬਲਿਆਮ ਕੋਲ ਆਏ ਤਾਂ ਉਹਨਾਂ ਨੂੰ ਆਖਿਆ ਕਿ ਬੋਲ ਦਾ ਪੁੱਤਰ ਬਲਾਕ ਇਉਂ ਆਖਦਾ ਹੈ ਵੀ ਉਹ ਏਦਾਂ ਆਖਦਾ ਹੈ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ ਮੇਰੇ ਕੋਲੋਂ ਤੋਂ ਨਾ ਰੁਕ ਕਿਉਂ ਜੋ ਮੈਂ ਤੁਹਾਨੂੰ ਅੱਧ ਵੱਡੀ ਪੱਦ ਦਿਆਂਗਾ ਮੈਂ ਤੈਨੂੰ ਉੱਚਾ ਅਹੁਦਾ ਦੇ ਦਿਆਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ ਜੋ ਕੁਝ ਤੁਸੀਂ ਮੈਨੂੰ ਆਖੋ ਮੈਂ ਕਰਾਂਗਾ ਪਰ ਆਓ ਮੇਰੇ ਲਈ ਇਸ ਉਮਤ ਨੂੰ ਬਦ ਦੁਆ ਦਿਓ ਉਹਨੇ ਰਾਜੇ ਨੇ ਇੱਥੋਂ ਤੱਕ ਕਹਿਤਾ ਜੇ ਤੂੰ ਮੇਰੇ ਤੋਂ ਅੱਧਾ ਰਾਜ ਮੰਗ ਲਵੇਂ ਅੱਧਾ ਰਾਜ ਤੈਨੂੰ ਦੇ ਦੇਵਾਂਗਾ ਜੇ ਤੂੰ ਰਾਜੇ ਤੋਂ ਥੱਲੇ ਵਾਲਾ ਮੰਤਰੀ ਬਣਨਾ ਚਾਹਵੇਂ ਮੈਂ ਤੈਨੂੰ ਮੰਤਰੀ ਵੀ ਬਣਾ ਦਿਆਂਗਾ ਹੁਣ ਥੋੜੀ ਜੀ ਤਾਂ ਨਬੀ ਦੇ ਮਨ ਵਿੱਚ ਗੱਲ ਬੋਲ ਦਿਓ ਥੋੜਾ ਜਿਹਾ ਪੈਸਿਆਂ ਦਾ ਗੱਫਾ ਕੀ ਹੋ ਗਿਆ ਵੱਧ ਗਿਆ ਆਫਰ ਕੀ ਹੋ ਗਈ ਵੱਧ ਗਈ ਮੈਂ 100 ਰੁਪਏ ਦੇ ਵਿਕਣ ਵਾਲਾ ਪਤਾ ਨਹੀਂ ਉਹ ਪਹਿਲਾਂ ਥੋੜਿਆਂ ਦੇ ਵਿੱਚ ਭੱਟੀ ਸਾਹਿਬ ਫਿਰ ਜ਼ਿਆਦਿਆਂ ਵਿੱਚ ਸੋਚਿਆ ਤਾਂ ਥੋੜਾ ਜਿਹਾ ਤੁਸੀਂ ਕੀ ਕੀਤਾ ਪ੍ਰਯਾਸ ਕੀਤਾ ਫਿਰ ਉਹ ਹੁਣ ਤਾਂ ਸੁਣੋ ਪ੍ਰਭੂ ਨੇ ਪਹਿਲਾਂ ਕੀ ਕੀਤੀ ਸੀ ਉਹਨੂੰ ਜਿਹੜਾ ਕੰਮ ਪ੍ਰਭੂ ਨੇ ਇੱਕ ਵਾਰੀ ਕਹਿਤਾ ਤੇ ਦੁਬਾਰਾ ਨਹੀਂ ਕਹਿੰਦਾ ਸੁਣਨਾ ਧਿਆਨ ਨਾਲ ਗਲਤੀ ਸਿੱਖਿਆ ਹੁਣ ਸਿੱਖਿਆ ਵਾਲੀ ਗੱਲ ਸ਼ੁਰੂ ਹੋਈ ਹੈ ਬਲਿਆਮ ਨੇ ਫਿਰ ਦੁਬਾਰਾ ਉਹਨਾਂ ਨੂੰ ਕਿਹਾ ਅੱਗੇ ਬਲਿਆਮ ਨੇ ਉੱਤਰ ਦੇ ਕੇ ਬਲਿਆਮ ਨੇ ਫਿਰ ਉੱਤਰ ਦਿੱਤਾ ਉਹਨਾਂ ਨੂੰ ਬਲਾਕ ਦੇ ਟਹਿਲੂਆਂ ਨੂੰ ਆਖਿਆ ਉਹਦੇ ਟਹਿਲੂਆਂ ਨੂੰ ਆਖਿਆ ਜੇ ਬਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਔਰ ਸੋਨਾ ਵੀ ਦੇਵੇ ਤਾਂ ਵੀ ਮੈਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮ ਦਾ ਉਲੰਘਣਾ ਨਹੀਂ ਕਰ ਸਕਦਾ ਹਾਂਜੀ ਹਾਂ ਕਿ ਮੈਂ ਘੱਟ ਜਾਂ ਵੱਧ ਕਰਾਂ ਹੁਣ ਤੁਸੀਂ ਇੱਥੇ ਅੱਜ ਦੀ ਰਾਤ ਵੀ ਠਹਿਰਨਾ ਤਾਂ ਜੋ ਮੈਂ ਜਾਣਾ ਕਿ ਯਹੋਵਾ ਹੋਰ ਕਿਹੜੀ ਗੱਲ ਮੇਰੇ ਨਾਲ ਬੋਲੇਗਾ ਸੁਣੋ ਧਿਆਨ ਨਾਲ ਪਰਮੇਸ਼ਵਰ ਬਲਿਆਮ ਕੋਲ ਰਾਤ ਨੂੰ ਆਇਆ ਪਰਮੇਸ਼ਵਰ ਬਲਿਆਮ ਤੋਂ ਹੁਣ ਰਾਤ ਨੂੰ ਆਇਆ ਦੂਸਰੀ ਵਾਰੀ ਅਤੇ ਉਹਨੂੰ ਆਖਿਆ ਜੇ ਇਹ ਮਨੁੱਖ ਤੈਨੂੰ ਸੱਦਣ ਲਈ ਆਏ ਹਨ ਤਾਂ ਉੱਠ ਕੇ ਉਹਨਾਂ ਨਾਲ ਤੁਰ ਪਈ ਮੇਰੀ ਉਹ ਗੱਲ ਜਿਹੜੀ ਮੈਂ ਤੈਨੂੰ ਬੋਲਾਂ ਤੂੰ ਕਰੀ ਬਲਿਆਮ ਨੇ ਸਵੇਰ ਨੂੰ ਉੱਠ ਕੇ ਆਪਣੀ ਗੱਡੀ ਤੇ ਪਲਾਣਾ ਕੱਸਿਆ ਅਤੇ ਮੁਆਬ ਦੇ ਸਰਦਾਰਾਂ ਨਾਲ ਤੁਰ ਪਿਆ ਹਾਲੇਲੂਇਆ ਹਾਲੇਲੂਇਆ ਹੁਣ ਧਿਆਨ ਦੇਣਾ ਪੜਨ ਦੇ ਵਿੱਚ ਬਿਲਕੁਲ ਸਿੰਪਲ ਹੈ ਵੀ ਪਰਮੇਸ਼ਰ ਨੇ ਉਹਨੂੰ ਕਿਹਾ ਹੈ ਜਾ ਤੁਹਾਨੂੰ ਪਤਾ ਹੈ ਕਈ ਵਾਰੀ ਪਰਮੇਸ਼ਰ ਤੁਹਾਨੂੰ ਬਰਕਤ ਨਹੀਂ ਦੇਣਾ ਚਾਹੁੰਦਾ ਤੁਸੀਂ ਧੱਕੇ ਨਾਲ ਉਹ ਬਰਕਤ ਮੰਗਦੇ ਹੋ ਇਹਨੇ ਉਹਨਾਂ ਲੋਕਾਂ ਨੂੰ ਕਿਹਾ ਵੀ ਅੱਜ ਰਾਤ ਨੂੰ ਕੀ ਹੋ ਜਾਓ ਇੱਥੇ ਰੁਕ ਜਾਓ ਬੋਲੋ ਉੱਚੀ ਆਵਾਜ਼ ਨਾਲ ਨਬੀ ਨੇ ਕਿਹਾ ਜਾਂ ਨਹੀਂ ਕਿਹਾ ਜਦੋਂ ਉਹਨਾਂ ਨੇ ਲਾਲਚ ਦਿੱਤਾ ਇਹਨੇ ਕਿਹਾ ਵੀ ਅੱਜ ਰਾਤ ਵੀ ਤੁਸੀਂ ਇੱਥੇ ਰੁਕੋ ਮੈਂ ਪਰਮੇਸ਼ਰ ਤੋਂ ਪੁੱਛਾਂ ਮੈਂ ਪਰਮੇਸ਼ਰ ਤੋਂ ਪਰਮੇਸ਼ਰ ਨੇ ਪਹਿਲੀ ਵਾਰੀ ਕੀ ਕਿਹਾ ਸੀਗਾ ਬੋਲੋ ਪਰਮੇਸ਼ਰ ਨੇ ਕਹਿਤਾ ਕਿ ਜਦ ਤੇਰੇ ਭਰਾ ਵਾ ਤੇਰੇ ਲੋਕ ਆ ਤੂੰ ਉਹਨੂੰ ਸ਼ਰਾਪ ਨਹੀਂ ਦੇਣਾ ਉਹ ਬਰਕਤ ਵਾਲੇ ਲੋਕ ਆ ਉਹ ਬਲੈਸਿੰਗ ਵਾਲੇ ਲੋਕ ਆ ਤੂੰ ਨਹੀਂ ਉੱਥੇ ਨਹੀਂ ਜਾਣਾ ਇਹ ਦੂਜੀ ਵਾਰੀ ਪਰਮੇਸ਼ਰ ਨੂੰ ਪੁੱਛਣ ਡਿਆ ਹੁਣ ਦੂਜੀ ਵਾਰੀ ਕਈ ਵਾਰੀ ਪਰਮੇਸ਼ਰ ਤੁਹਾਡੀ ਜਿੱਦ ਦੇ ਸਾਹਮਣੇ ਕਹਿੰਦਾ ਜੇ ਜਾਣਾ ਵਾ ਤਾਂ ਹੁਣ ਆਪਣੇ ਸਿਰ ਦੇ ਉੱਤੇ ਜਾਈ ਮੇਰਾ ਵਿੱਚ ਕੋਈ ਰੋਲ ਹੁਣ ਪਰਮੇਸ਼ਰ ਕਹਿੰਦਾ ਜਾ ਉੱਠ ਕੇ ਚਲਾ ਜਾ ਪਰ ਉਹੀਓ ਕੁਝ ਬੋਲੀ ਜੋ ਕੁਝ ਮੈਂ ਤੈਨੂੰ ਕਵਾਂਗਾ ਉਹੀਓ ਕੁਝ ਬੋਲੀ ਜੋ ਮੈਂ ਤੈਨੂੰ ਇਹਨੇ ਪਰਮੇਸ਼ਰ ਤੋਂ ਜਿੱਦ ਦੇ ਨਾਲ ਇਹ ਗੱਲ ਮਨਾਈ ਆ ਵੀ ਮੈਂ ਨਾਲ ਉਹਨਾਂ ਦੇ ਜਾਣਾ ਉਹ ਗੱਲ ਨਹੀਂ ਲਿਖੀ ਇਹਨੇ ਕਿਹੜੀ ਦੁਆ ਕੀਤੀ ਆ
ਹਾਲੇਲੂਇਆ। ਜਰਮਨੀ ਦੇ ਵਿੱਚ ਅੱਗੇ ਜਾ ਕੇ ਤਲਵਾਰ ਲੈ ਕੇ ਫਰਿਸ਼ਤਾ ਜੋ ਖੜਾ ਹੋ ਗਿਆ, ਜਦ ਪਰਮੇਸ਼ਰ ਨੇ ਕਹਿ ਹੀ ਦਿੱਤਾ ਜੇ ਪਰਮੇਸ਼ਰ ਕਿਉਂ ਮਾਰਨ ਲੱਗਾ ਇਹਨੂੰ। ਇੱਥੇ ਹੀ ਦਾ ਰੌਲਾ ਵਾ ਸਿੱਖਿਆ ਦਾ, ਇੱਥੇ ਹੀ ਰੌਲਾ ਬਲਿਆਮ ਨੇ ਗਲਤੀ ਨਹੀਂ ਕੀਤੀ। ਬਲਿਆਮ ਜਦੋਂ ਸੁਣਿਆ ਵੀ ਰਾਜਾ ਕਹਿੰਦਾ ਕਿ ਮੈਂ ਵੱਡਾ ਅਹੁਦਾ ਦੇ ਦੂੰਗਾ, ਜੋ ਕੁਝ ਮੰਗੂਗਾ ਤੈਨੂੰ ਮਿਲ ਜਾਊਗਾ। ਪਰਮੇਸ਼ਰ ਨੂੰ ਪੁੱਛੇਗਾ, ਇੱਕ ਵਾਰੀ ਪਰਮੇਸ਼ਰ ਨੂੰ ਪੁੱਛੂਗਾ, ਇੱਕ ਵਾਰੀ ਪਰਮੇਸ਼ਰ ਨੂੰ ਪੁੱਛੂਗਾ। ਜਿੱਦਾਂ ਅੱਜ ਕੱਲ੍ਹ ਬਹੁਤ ਲੋਕੀ ਪੁੱਛਦੇ ਆ ਪਰਮੇਸ਼ਰ ਨੂੰ। ਬੋਲੋ, ਅੱਜ ਕੱਲ੍ਹ ਲੋਕੀ ਬਹੁਤ ਪੁੱਛਦੇ ਆ ਪਰਮੇਸ਼ਰ ਨੂੰ। ਅਸੀਂ 25,000 ਦੇ ਕੇ ਪੁੱਛਦੇ ਨਹੀਂ ਪੁੱਛਦੇ ਸਾਡੇ ਬਾਰੇ ਕੰਮ ਕੀ ਕਹਿੰਦਾ। ਆ 25,000 ਮੈਂ ਤੁਸੀਂ 25,000 ਮੈਂ ਤੁਸੀਂ 35,000 ਮੈਂ 50,000 ਮੈਂ ਪ੍ਰਭੂ ਮੇਰੇ ਬਾਰੇ ਕੀ ਕਹਿੰਦਾ। ਪ੍ਰਭੂ ਨਹੀਂ ਕਹਿੰਦਾ, ਉਹ ਐਵੇਂ ਨਬੀ ਕਹੀ ਜਾਂਦਾ ਹੀ ਆਪਣੇ ਕੋਲ ਛੱਡੀ ਜਾਂਦੇ ਤੁਹਾਡੇ ਵੱਲ। ਤੇਰੇ ਘਰ ਵਿੱਚ ਇੰਨੇ ਤੁਸੀਂ ਤੁਹਾਡੇ ਘਰ ਵਿੱਚ ਇੰਨੇ ਜਾਦੂ ਤੁਮੇ ਕੀਤੇ ਹੋਏ ਆ, ਤੁਹਾਡਾ ਸੂਟ ਚੱਕ ਹੋ ਗਿਆ, ਤੇਰੇ ਵਾਲ ਕੱਟ ਹੋ ਗਏ, ਤੇਰੀ ਜੁੱਤੀ ਚੱਕੀ ਦੀ ਦੂਰ ਖਾ ਵਾਲੀ ਉਹਦੇ ਤੇ ਕਿਸੇ ਨੇ ਟੂਣਾ ਕਰ ਦਿੱਤਾ, ਤੇਰਾ ਕੱਪੜਾ ਕੱਟ ਲਿਆ ਉਹਦੇ ਤੇ ਕੀ ਕਰ ਦਿੱਤਾ। ਉਹ ਪ੍ਰਭੂ ਕਹਿੰਦਾ ਕਿ ਬਾਬਾ ਬਿਲਕੁਲ ਤੇਰੇ ਨੇੜੇ ਨਹੀਂ ਆਵੇਗੀ। ਮੈਂ ਕਹਿੰਦਾ ਤੁਹਾਡੇ ਤੋਂ ਵੱਡਾ ਕੋਈ ਰਿਸ਼ਤਾ ਹੈ ਨਹੀਂ ਕਿ ਤੁਸੀਂ ਲੰਘ ਰਹੇ ਹੋ, ਦੂਸਰੇ ਦਾ ਰਾਹ ਛੱਡ ਕੇ ਭੱਜ ਜਾਂਦੇ ਆ। ਹਾਲੇਲੂਇਆ, ਹਾਲੇਲੂਇਆ। ਨਬੀ ਨੇ ਪਰਮੇਸ਼ਰ ਨੂੰ ਪੁੱਛਿਆ, ਕਲਾਮ ਹਲੇ ਬਹੁਤ ਪਿਆਰ, ਸੁਣੋ ਧਿਆਨ ਨਾਲ। ਨਬੀ ਨੇ ਪੁੱਛਿਆ, ਪ੍ਰਭੂ ਕਹਿੰਦਾ ਕਿ ਬਾਰ-ਬਾਰ ਪੁੱਛੀ ਇਹਨਾਂ ਦੇ ਵਿੱਚ ਆ ਚੱਲ ਜਾ, ਪਰ ਉਹੀ ਕੁਝ ਬੋਲਣਾ ਜੋ ਤੈਨੂੰ ਮੈਂ ਕਹਾਂਗਾ। ਹਾਂਜੀ ਪਤਰਸ ਜੀ ਪੜੋਗੇ। ਤਾਂ ਪਰਮੇਸ਼ਰ ਦਾ ਕ੍ਰੋਧ ਭੜਕ ਉੱਠਿਆ, ਪਰਮੇਸ਼ਰ ਦਾ ਗੁੱਸਾ ਭੜਕ ਉੱਠਿਆ। ਭੜਕ ਉੱਠਿਆ। ਕਿਉਂ ਜੋ ਜਾਂਦਾ ਸੀ ਤਾਂ ਯਹੋਵਾ ਦੇ ਦੂਤ ਨੇ ਆਪਣੇ ਆਪ ਨੂੰ ਰਾਹ ਵਿੱਚ ਉਸਦੇ ਵਿਰੋਧੀ ਹੋਣ ਲਈ ਖੜਾ ਕੀਤਾ। ਸੁਣੋ ਧਿਆਨ ਨਾਲ। ਪਹਿਲਾ ਪਰਮੇਸ਼ਰ ਨੇ ਕਿਹਾ ਵੀ ਤੂੰ ਬੋਲੋ ਜੀ, ਉਹਨੇ ਪ੍ਰਭੂ ਦਾ ਕੀ ਭੜਕ ਗਿਆ, ਕ੍ਰੋਧ ਭੜਕ ਗਿਆ। ਮੈਂ ਹੁਣੇ ਤੈਨੂੰ ਦੇਵਾਂ ਜਾ ਮੇਰਾ ਕੰਮ ਕਰ ਗਿਆ, ਤੂੰ ਤੇ ਮੁਰੇ ਜਾ ਕੇ ਆਪ ਖੜਾ ਹੋਣਾ, ਆਪ ਮੁਰੇ ਕਿਦਾਂ ਮਤਲਬ ਜੁਗੀ ਫਿਰ ਆ ਆਪੇ ਤੋਂ ਅੰਦਰੋਂ ਕਹਿ ਕੇ ਕਹੀਦਾ ਆਪੇ ਕਿਉਂ ਮੇਰਾ ਮੁਖੜ ਹੋ ਗਿਆ ਕਿ ਪ੍ਰਭੂ ਇਹਦਾ ਕਰ ਸਕਦਾ। ਕੁਝ ਤਾਂ ਗੜਬੜ ਕੀਤੀ ਹੈ ਇਹਨੇ ਗੜਬੜ ਇਹ ਕੀਤੀ ਪਰਮੇਸ਼ਵਰ ਦੇ ਸਾਹਮਣੇ ਉਹ ਲਾਲਚ ਨੂੰ ਰੱਖ ਕੇ ਜਿੱਦ ਕਰ ਰਿਹਾ, ਪ੍ਰਭੂ ਜੀ ਮੈਨੂੰ ਜਾਣ ਦਿਓ, ਮੈਂ ਦੇਖ ਕੇ ਉਹ ਰਾਜਾ ਕੀ ਕਹਿੰਦਾ, ਮੈਨੂੰ ਜਾਣ ਦਿਓ, ਮੈਨੂੰ ਜਾਣ ਦਿਓ। ਜਿਹੜੀ ਬਰਕਤ ਪ੍ਰਭੂ ਨੇ ਪਹਿਲਾਂ ਨਾ ਕਰ ਦਿੱਤਾ ਵੀ ਨਹੀਂ ਜਾਣਾ, ਬਾਰ-ਬਾਰ ਕਹੀ ਜਾਂਦੇ ਹੋ। ਪਰਮੇਸ਼ਵਰ ਆਪਣੇ ਨਬੀ ਦਾ ਕਰਕੇ ਉਹਨੂੰ ਕਹਿ ਰਿਹਾ ਵੀ ਤੂੰ ਜਾ। ਇਹ ਪ੍ਰੋਬਲਮ ਆ, ਇਹ ਪ੍ਰੋਬਲਮ ਆ ਵੀ ਧੱਕੇ ਨਾਲ ਪਰਮੇਸ਼ਵਰ ਤੋਂ ਕੰਮ ਕਰਵਾਇਆ। ਹਾਲੇਲੂਇਆ, 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 ਹਾਲੇਲੂਇਆ। ਧੱਕੇ ਨਾਲ ਪਰਮੇਸ਼ਵਰ ਨੂੰ ਕੀ ਕਰ ਰਿਹਾ ਹੋ। ਨਬੀ ਦੀ ਪਰਮੇਸ਼ਵਰ ਸੁਣਦਾ ਏ, ਦੂਸਰੇ ਪਾਸੇ ਇਬਨੇ ਖੁਦਾ ਏ ਤੇ ਇਧਰਲੇ ਪਾਸੇ ਮਰਦੇ ਖੁਦਾ ਹੈ। ਤੇ ਪਰਮੇਸ਼ਰ ਨੂੰ ਵੀ ਆਪਣੇ ਬੰਦੇ ਦੀ ਮੰਨਣੀ ਪੈਂਦੀ ਆ। ਨਹੀਂ ਪੈਂਦੀ ਦੱਸ ਦਿਓ ਉੱਚੀ ਬਾਈ ਨਾਲ, ਬੋਲ ਦਿਓ ਥੋੜਾ ਜਿਹਾ ਉੱਚੀ ਬਾਈ ਨਾਲ। ਹਾਲੇਲੂਇਆ, ਬੋਲ ਦਿਓ ਨੀਂਦ ਆਉਂਦੀ। ਚਲੋ ਉਹਨਾਂ ਨੂੰ ਨੀਂਦ ਆਉਂਦੀ, ਉਹ ਜਦੋਂ ਸੌਂਦੇ ਆ ਉਦੋਂ ਜਾਗਦੇ ਆ ਭੂੰਡ, ਜਦੋਂ ਮਾਂ ਬਾਪ ਸੌਂਦੇ ਆ ਉਦੋਂ ਤਾਂ ਭੂੰਡ ਜਾਗਦੇ ਆ, ਉਹਨਾਂ ਨੂੰ ਉਦੋਂ ਨੀਂਦ ਨਹੀਂ ਆਉਂਦੀ। ਨੀਂਦ ਬੰਦਗੀ ਚ ਆਉਣੀ ਕਿਉਂਕਿ ਅਸੀਂ ਕਿਹਨੂੰ ਮਿਲਣ ਆਏ ਆ, ਆਪਣੇ ਪਿਆਰ ਨੂੰ। ਕਿਹਨੂੰ ਮਿਲਣਾ ਹੈ ਜੀ, ਆਪਣੇ ਮਿੱਤਰ ਨੂੰ, ਆਪਣੇ ਯਾਰ ਨੂੰ, ਦਿਲਦਾਰ ਨੂੰ, ਪਰਮੇਸ਼ਵਰ ਨੂੰ, ਆਪਣੇ ਫਰੈਂਡ ਨੂੰ, ਆਪਣੇ ਦੋਸਤ ਨੂੰ, ਯਿਸੂ ਮਸੀਹ ਨੂੰ ਮਿਲਣ ਆਏ ਆ। बोलो यीशु मसीह के नाम की हालेलुया, हालेलुया। उम्र मेरी 32 साल आ, 33वां ਮੈਨੂੰ ਲੱਗਣਾ 8ਵੇਂ ਮਹੀਨੇ ਤੇ ਤਾਂ ਦਾ ਸਮਝਿਆ ਵੀ ਮੈਂ ਇਹ ਜਿੰਨੀ ਉਮਰ ਹੈ ਮੈਂ ਉਸ ਉਮਰ ਦੇ ਹਿਸਾਬ ਨਾਲ ਕੀ ਸੁਣਾਉਣਾ ਵਾ ਕਲਾਮ। ਜਦੋਂ ਮੇਰੇ ਧੌਲੇ ਧੋਲੇ ਆ ਗਏ, ਮੈਂ 50-60 ਦਾ ਹੋ ਗਿਆ, ਫਿਰ ਕੁੜੀਆਂ ਮੁੰਡਿਆਂ ਦੀਆਂ ਗੱਲਾਂ ਮੇਰੇ ਮੂੰਹ ਤੇ ਚੰਗੀਆਂ ਲੱਗਣਗੀਆਂ। ਔਰ ਕਹਿਣਾ ਪਾਦਰੀ ਬੁੱਢਾ ਹੋ ਗਿਆ, ਸ਼ਰਮ ਨਹੀਂ ਆਉਂਦੀ, ਹਲੇ ਮੈਂ ਜਵਾਨੀ ਵਾਲਾ ਖੂਨ ਆ, ਇਸ ਲਈ ਮੈਂ ਬੇਧੜਕ ਹੋ ਕੇ ਬੋਲ ਦਿੰਦਾ। ਜਿਹੜਾ ਬੁੱਢਾ ਬੰਦਾ ਹੋਊਗਾ ਕਦੀ ਵੀ ਤਾਂ ਬੋਲੂਗਾ ਤੇ ਕਦੀ ਨਾ ਕਹਿ ਪਾਦਰੀ ਸਾਹਿਬ ਦੀ ਛੁੱਟੀਆਂ ਕਰ, ਕਿਉਂਕਿ ਮੇਰੀ ਉਮਰ ਉਸ ਚੀਜ਼ ਦੇ ਵਿੱਚ ਮੈਂ ਲੰਘ ਜਾ ਪਿਆ। ਜਦੋਂ ਮੈਂ ਹੌਲੀ ਉਮਰ ਵੱਲ ਨੂੰ ਵਧਣਾ ਨਾ ਬੁਢਾਪਿਆਂ ਨੂੰ, ਤੇ ਮੇਰੀ ਬੋਲਣ ਦਾ ਸਟਾਈਲ ਵੀ, ਮੇਰਾ ਕਲਾਮ ਵੀ ਚੇਂਜ ਹੋ ਜਾਣਾ ਵਾ। ਤੇ ਸੱਚਾਈ ਆ, ਮੈਂ ਖੁਦ ਕਹਿ ਰਿਹਾ ਵਾ ਵੀ ਜਦੋਂ ਮੈਂ ਬੁੱਢਾ ਹੋਣਾ ਮੇਰੇ ਬੋਲਣ ਦਾ, ਮੇਰੇ ਕਲਾਮ ਸੁਣਾਉਣ ਦਾ ਤਰੀਕਾ ਵੀ ਬਦਲ ਜਾਣਾ।
ਮਾਰੀ ਜਾਣਾ ਵਾ ਕਿ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ। ਪਹਿਲਾਂ ਮੈਂ ਚਿੱਠੀਆਂ ਵੀ ਲਿਖਦਾ ਰਿਹਾ ਮੈਂ ਗੱਤੀ ਕਰ ਲੋ ਮੇਰਾ ਮੈਨੂੰ ਕੇਵਲ ਫੋਨ ਦੇਗਾ। ਦੇਖੋ ਜੀ ਮੈਂ ਸੱਚਾ ਜਿਹਾ ਬੰਦਾ ਦੂਜੀਆਂ ਗੱਲਾਂ ਤਾਂ ਦੱਸਦਾ ਵਾਂ। ਮੈਂ ਚਾਹੁੰਦਾ ਜਿਹੜੇ ਮੇਰੀ ਉਮਰ ਦੇ ਦੋਸਤ ਨੇ 21 22 25 26 30 ਸਾਲ ਵਾਲੇ ਵੀ ਉਹ ਵੀ ਇਸ ਗੰਦ ਵਿੱਚੋਂ ਕੀ ਆ ਜਾਣ, ਬਾਹਰ ਆ ਜਾਣ। ਇਸ ਲਈ ਸਿੱਧਾ ਕਲਾਮ ਸੁਣਾਉਣਾ ਵਾ। ਹਾਲੇਲੂਇਆ। ਮੇਰਾ ਕੀ ਆ, ਸਬਜ਼ੀ ਵਾਲੇ ਦਾ ਕੰਮ ਹੁੰਦਾ ਹੋਕਾ ਦੇਣਾ, ਸਬਜ਼ੀ ਲੈਣੀ ਜਾਂ ਨਹੀਂ ਇਹ ਤੁਹਾਡੀ ਮਰਜ਼ੀ ਆ। ਉਹ ਤੁਹਾਡੇ ਘਰਾਂ 'ਚ ਥੋੜੋ ਕਿਲੋ ਕਿਲੋ ਆਲੂ ਛੱਡੇ ਲੈ ਭਾਈ ਕਿਲੋ ਆਲੂ ਚੱਕ ਲੈ, ਅੱਧਾ ਕਿਲੋ ਧਨੀਆ ਚੱਕ ਹੋਗਾ ਭਾਈ ਚੱਕ ਆਪਣੀ ਸਬਜ਼ੀ ਇਹੀ ਕੋ ਲਈਏ। ਤੇ ਕਲਾਮ ਵੀ ਇਸੇ ਤਰੀਕੇ ਨਾਲ ਮੇਰਾ ਕੰਮ ਨਾ ਸੁਣਾਉਣਾ, ਸੁਣਨਾ, ਅਮਲ ਕਰਨਾ ਤੁਹਾਡੀ ਮਰਜ਼ੀ ਆ, ਤੁਹਾਡੀ ਮਰਜ਼ੀ ਆ। ਸੁਣਨਾ ਨਹੀਂ ਸੁਣਨਾ ਤੁਹਾਡੀ, ਮੇਰਾ ਕੰਮ ਸੁਣਾਉਣਾ, ਚਾਹੇ ਚੰਗਾ ਲੱਗੇ ਚਾਹੇ ਤੁਹਾਨੂੰ ਮਾੜਾ। ਇਹ ਤੁਹਾਡੇ ਤੇ ਡਿਪੈਂਡ ਤੁਸੀਂ ਕਿੱਦਾਂ ਲੈਂਦੇ ਹੋ ਕਲਾਮ ਨੂੰ, ਇਹ ਤੁਹਾਡੇ ਤੇ ਡਿਪੈਂਡ ਆ। ਵੀ ਅੱਜ ਤੁਸੀਂ ਖਬਰਾਂ ਸੁਣਦੇ ਹੋ YouTube ਤੇ Facebook ਤੇ, ਕਈਆਂ ਵਾਰੀਆਂ ਔਰਤਾਂ ਨਿਆਣੇ ਛੱਡ ਕੇ ਭੱਜ ਜਾਂਦੀਆਂ, ਭਈਏ ਨੇ ਭੱਜ ਗਈ, ਭਈਆ ਪੱਠੇ ਵੰਡਦਾ ਹੀ ਬੁੱਢੀ ਵੱਢ ਕੇ ਲੈ ਗਿਆ, ਭਈਏ ਨਾਲ ਭੱਜ ਗਈ ਜੀ। 2 ਨਿਆਣਿਆਂ ਦੀ ਮਾਂ ਵੀ ਆਪਣੇ ਯਾਰ ਦੇ ਨਾਲ ਰਲ ਕੇ ਆਪਣਾ ਘਰ ਵਾਲੇ ਦਾ ਗਲਾ ਕੁੱਟ ਕੇ ਮਾਰਤਾ। ਆ ਤੁਸੀਂ ਸੁਣੀ ਖਬਰ ਪਿੱਛੇ ਜੇ, ਤੇ ਉਹ ਸੁਣਦੇ ਹੀ ਹੋ। ਤੇ ਜੇ ਉਹਦੇ ਬਾਰੇ ਪਹਿਲਾਂ ਹੀ ਕਲਾਮ ਸੁਣਾਇਆ ਜਾਵੇ ਵੀ ਵਿਆਹੀਆਂ ਵਾਲੀਆਂ ਔਰਤਾਂ ਨੂੰ ਭੈਣੋ ਤੁਹਾਡੇ ਪਤੀ ਤੋਂ ਇਲਾਵਾ ਤੁਹਾਡਾ ਕਿਸੇ ਨੇ ਨਹੀਂ ਪੁੱਛਣਾ ਵੀ ਇਹ ਗੁਨਾਹ ਵਾ ਵੀ ਪਤੀ ਦੇ ਹੁੰਦੇ ਹੋਏ ਹੋਰ ਕਿਸੇ ਨਾਲ ਗੱਲ ਕਰਨੀ, ਤਾਂ ਕਿੱਦਾਂ ਨਾ ਤੁਸੀਂ ਸਵਰਗ 'ਚ ਜਾਓਗੇ ਜਦੋਂ ਪਾਪ ਨੂੰ ਛੱਡ ਦੂਗੇ। ਹਾਲੇਲੂਇਆ, ਹਾਲੇਲੂਇਆ। ਤੇ ਬਾਅਦ ਵਿੱਚ ਕਹਿੰਦੇ ਹੋ ਜੇ ਕਿਸੇ ਨੇ ਪਾਸਟਰ ਸ਼ਮੌਨ ਦਾ ਕਲਾਮ ਸੁਣਿਆ ਹੁੰਦਾ ਫਿਰ ਸ਼ਾਇਦ ਇਹ ਗਲਤੀ ਨਾ। ਮੈਂ ਸੱਚ ਕਹਿੰਦਾ ਬਹੁਤੀਆਂ ਭੈਣਾਂ ਵਾ, ਨਾ ਨਹੀਂ ਮੈਂ ਜਾਣਦਾ ਤੇ ਨਾ ਮੈਂ ਦੱਸਣੀ ਆ, ਬਹੁਤੀਆਂ ਭੈਣਾਂ ਇਦਾਂ ਦੀਆਂ ਜਿਨ੍ਹਾਂ ਨੇ ਆਪਣੇ ਪਤੀ ਦੇ ਹੁੰਦੇ ਹੋਏ ਵੀ ਨਜਾਇਜ਼ ਸੰਬੰਧਾਂ ਵਿੱਚ ਇਹ ਛੱਡੇ ਨੇ। ਉਹਨਾਂ ਨੇ ਕਲਾਮ ਸੁਣ ਕੇ ਉਹਨਾਂ ਨੇ ਨਜਾਇਜ਼ ਸੰਬੰਧ ਛੱਡੇ ਨੇ। ਹਾਲੇਲੂਇਆ, ਹਾਲੇਲੂਇਆ। ਇਹ ਆ ਕਲਾਮ ਦੀ ਪਾਵਰ। ਕੀ ਹੈ ਜੀ ਇਹ ਕਲਾਮ ਦੀ? ਜਿਹੜੇ ਕਈ ਨੌਜਵਾਨ ਨੇ ਆ ਭਾਈ ਮਾਨਸੇ ਤੋਂ ਆਉਂਦਾ ਹੈ, ਇਹ ਮਾਨਸੇ ਤੋਂ ਆਇਆ, ਪਿਛਲੇ ਐਪਾਰੇ ਤੋਂ ਕਰਾਇਆ ਹੈ ਨਹੀਂ, ਇਹ ਆਪਣਾ ਮੋਬਾਈਲ ਗਹਿਣੇ ਰੱਖ ਕੇ ਆਇਆ ਕਿਉਂਕਿ ਉਧਰ ਬੰਦਾ ਮੈਨੂੰ ਕਰ ਮੇਰਾ ਕਿ ਆਪਣਾ ਮੋਬਾਈਲ ਗਹਿਣੇ ਰੱਖ ਕੇ ਆਇਆ ਮਾਨਸੇ ਤੋਂ। ਇਹ ਕਲਾਮ ਦੇ ਨਾਲ ਆਇਆ YouTube ਤੇ ਮੈਨੂੰ ਸੁਣ ਕੇ। ਉਮਰ ਕਿੰਨੀ ਤੇਰੀ ਬੇਟਾ? 22 ਸਾਲ ਉਮਰ ਹੈ ਜੀ। ਮਾੜੇ ਕੰਮਾਂ 'ਚ ਪ੍ਰਭੂ ਨੇ ਕੱਢਿਆ। ਹੁਣ ਕੰਮ ਨਹੀਂ ਮਤਲਬ ਮਾੜੇ ਕੰਮਾਂ 'ਚੋਂ ਇਸ ਨੌਜਵਾਨ ਨੂੰ 22 ਸਾਲ ਦਾ। ਇਹ ਆ ਕਲਾਮ ਦੀ ਪਾਵਰ। ਹਾਲੇਲੂਇਆ। ਜਿਹੜਾ ਮੈਂ ਕਲਾਮ ਸੁਣਾਉਣਾ ਵਾ ਕੁੜੀਆਂ ਨੂੰ ਜਿਹੜਾ ਖਾਸ ਕਰਕੇ ਕਹਿ ਦੇਣਾ ਜਦੋਂ ਉਹ ਕਲਾਮ ਸੁਣ ਕੇ ਬਦਲਿਆ, ਨਹੀਂ ਤੇ ਇਹ ਵੀ ਕਿਸੇ ਧੀ ਭੈਣ ਭਜਾ ਕੇ ਲੈ ਇਹਨਾਂ ਦਾ ਥਾਣੇ ਦੇ ਅੰਦਰ ਹੋਣਾ ਹੀ, ਨਾਲੇ ਜੁੱਤੀ ਛੜੀ ਹੋਣੀ ਜਿਹਦੇ ਮਾਂ ਬਾਪ ਨੇ ਰੋਂਦੇ ਰਹਿਣਾ ਸਾਰੀ ਜ਼ਿੰਦਗੀ। ਕੁੜੀ ਵਾਲੇ ਪਾਸੇ ਸਾਡੀ ਨਹੀਂ ਪਾ ਦਿੰਦੇ, ਕੁੜੀ ਦਾ ਰੇਪ ਕਰਦਾ, ਕੁੜੀ ਦਾ ਨਾਬਾਲਗ ਕਹਿੰਦੀ 18 ਸਾਲ ਦੀ ਨਿੱਕੀ, ਬਹੁਤ ਕੁਝ ਚੱਲ ਜਾਂਦਾ ਹੈ। ਪਰ ਖੁਦਾ ਨੇ ਇਹਨੂੰ ਬਚਾਇਆ ਮਾੜੇ ਕੰਮਾਂ ਤੋਂ। ਤੇ ਹੋਰ ਇੱਥੇ ਮੁੰਡਾ ਉਹਦਾ ਬਤਾਲੇ ਤੋਂ ਖੜਾ ਹੋ। ਉਮਰ ਕਿੰਨੀ ਤੇਰੀ ਬੇਟਾ? 20 ਸਾਲ। ਪਰ ਸੰਗਤ ਦਾ ਮੂੰਹ ਕਰਦੇ 20 ਸਾਲ। ਹੁਣ ਜੇ ਤੁਸੀਂ ਕਹੋ ਪਾਸਟਰ ਸਾਹਿਬ ਏਦਾਂ ਸਿੱਧਾ ਕਹਿੰਦੇ ਨੇ, ਇਹ ਜਾਨਵਰਾਂ ਦੇ ਨਾਲ ਫਿਜ਼ੀਕਲ ਰਿਲੇਸ਼ਨ ਸੀ, ਮੱਝਾਂ ਗਾਵਾਂ ਨਾਲ ਗਲਤ ਸੰਬੰਧ ਸੀਗੇ। ਇਹ ਨੌਜਵਾਨ ਦੇ ਆਪਣੇ ਮੂੰਹ ਇਹਨੇ ਗਵਾਹੀ ਦਿੱਤੀ ਹੋਈ ਆ। ਇਹਨੇ ਮੇਰਾ YouTube ਤੇ ਕਲਾਮ ਸੁਣਿਆ ਤੇ ਆਪਣੀ ਗੰਦੀ ਚੀਜ਼, ਮੈਂ ਕਹਿੰਦਾ ਬੰਦਾ ਔਰਤ ਨਾਲ ਗਲਤ ਸੰਬੰਧ ਬਣਾਵੇ, ਕੋਈ ਗੱਲ ਨਹੀਂ ਕਰੋ ਵੀ ਗਲਤ, ਪਰ ਹੈ ਤਾਂ ਗਲਤ ਆ। ਇਹਦੇ ਜਾਨਵਰਾਂ ਨਾਲ ਗਲਤ ਸੰਬੰਧ ਸੀਗੇ। ਦੁਨੀਆ ਤੇ ਕਾਲ ਨਹੀਂ ਆ, ਕਿੱਥੋਂ ਮਿਲੇ ਕਾਲ ਨਹੀਂ ਦੁਨੀਆ ਦੇ? ਕਿਤੇ ਬੰਦੇ ਦੀ ਜ਼ਿੰਦਗੀ, ਮੁੰਡੇ ਦੀ ਉਮਰ 20 ਸਾਲ, ਤੇ ਕੰਮ ਛਡਾਣੇ ਤੋਂ ਕਿਹੜੇ ਕਰਾ ਰਿਹਾ? ਗਲਤ ਕਰਾ ਰਿਹਾ ਵੀ ਇਦਾਂ ਦੇ ਕੰਮ ਕਰਾ ਰਿਹਾ। ਕਲਾਮ ਨਾਲ ਬਦਲਿਆ ਜਿਹੜਾ ਮੈਂ ਸੁਣਾਉਣਾ ਵਾ, ਇਹ ਪਰਮੇਸ਼ਵਰ ਦਾ ਕਲਾਮ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਬੈਠਦਾ ਬੇਟਾ, ਇਹ ਅੰਮ੍ਰਿਤਸਰ ਤੋਂ ਆਇਆ ਕਲਾਮ ਸੁਣ ਕੇ। ਐਡੀ ਗੰਦੀ ਜ਼ਿੰਦਗੀ 'ਚ ਬਾਹਰ ਆਇਆ। ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸਦਾ, ਮੈਂ ਤੁਹਾਨੂੰ ਦੱਸਦਾ ਵੀ ਮੈਂ ਆਪਣੀ ਜ਼ਿੰਦਗੀ 'ਚੋਂ ਪ੍ਰੈਕਟੀਕਲ ਕੀਤੀਆਂ, ਤਾਂ ਤੁਹਾਨੂੰ ਸਿੱਧਾ ਕਲਾਮ ਸੁਣਾਉਣਾ ਵਾ ਵੀ ਮੈਨੂੰ ਖੁਦਾ ਨੇ ਉਹ ਗੰਦੀ ਜ਼ਿੰਦਗੀ 'ਚੋਂ ਬਾਹਰ ਲੈ ਕੇ ਆਂਦਾ। ਇਸ ਲਈ ਉਹ ਸਿੱਧੀਆਂ ਗੱਲਾਂ ਤੁਹਾਨੂੰ ਕਹਿ ਦਿੰਦਾ ਵਾ ਵੀ ਬਲਿਆਮ ਰਾਤ ਨੂੰ ਪਰਮੇਸ਼ਰ ਨੂੰ ਪੁੱਛ ਰਿਹਾ, ਪਰ ਪਰਮੇਸ਼ਰ ਨੂੰ ਪਹਿਲਾਂ ਮਨਾ ਕੀਤਾ, ਪਰ ਉਹਦੀ ਜਿੱਦ ਕਰਨ ਦਾ ਕਰਕੇ ਪਰਮੇਸ਼ਰ ਕਹਿੰਦਾ ਜਾਊਂਗਾ, ਤੇਰੀ ਜ਼ਿੰਮੇਵਾਰੀ ਆ। ਤੇ ਪਰਮੇਸ਼ਰ ਮੋਰੇ ਖੜਾ ਹੋ ਗਿਆ, ਉਹਦਾ ਫਰਿਸ਼ਤਾ ਖੜਾ ਨੰਗੀ ਤਲਵਾਰ ਲੈ ਕੇ। ਕੀ ਲੈ ਕੇ? ਤਲਵਾਰ ਲੈ ਕੇ। ਹਾਲੇਲੂਇਆ, ਹਾਲੇਲੂਇਆ। ਬਲਿਆਮ ਦੀ ਸਿੱਖਿਆ ਇੱਥੇ ਕੀ ਆ? ਬਲਿਆਮ ਦੀ ਸਿੱਖਿਆ ਇੱਥੇ ਇਹ ਸਾਨੂੰ ਸਿੱਖਣ ਨੂੰ ਮਿਲਦੀ ਆ ਵੀ ਬਲਿਆਮ ਪੈਸੇ ਦਾ ਕਰਕੇ ਝੁਕ ਗਿਆ। ਕਾਹਦਾ ਕਰਕੇ? ਪੈਸੇ ਦਾ ਕਰਕੇ। ਪਰਮੇਸ਼ਰ ਨੇ ਪਹਿਲਾਂ ਮਨਾ ਕਰ ਦਿੱਤਾ। ਬਾਰ-ਬਾਰ ਜਦੋਂ ਪੈਸਾ ਜ਼ਿਆਦਾ ਵਧਦਾ ਗਿਆ, ਧੱਕੇ ਨਾਲ ਪਰਮੇਸ਼ਰ ਨੂੰ ਕਹਿ ਰਿਹਾ ਪ੍ਰਭੂ ਜੀ ਮੇਰਾ ਕੰਮ ਕਰ ਦਿਓ, ਮੇਰਾ ਕੰਮ ਕਰ ਦਿਓ, ਮੇਰਾ ਕੰਮ। ਪ੍ਰਭੂ ਕਹਿੰਦਾ ਮੈਂ ਕੰਮ ਨਹੀਂ ਕਰੂੰਗਾ, ਪਰ ਤੇਰੀ ਜ਼ਿੰਮੇਵਾਰੀ ਆ। ਕੱਲ ਨੂੰ ਕੁਝ ਵੀ ਤੇਰੇ ਨਾਲ ਹੋ ਗਿਆ, ਮੈਂ ਜ਼ਿੰਮੇਵਾਰ ਨਹੀਂ ਆ। ਤੂੰ ਆਪਣੀ ਜ਼ਿੰਮੇਵਾਰੀ ਤੇ ਕਰਦਾ ਇਹ ਕੰਮ।
ਹਾਲੇਲੂਇਆ। ਬਲਿਆਮ ਦੀ ਸਿੱਖਿਆ ਕੀ ਆ ਵੀ ਪਰਮੇਸ਼ਵਰ ਦੇ ਕੋਲੋਂ ਧੱਕੇ ਨਾਲ ਕੀ ਕਰਵਾਉਣਾ ਚਾਹੁੰਦਾ? ਬੋਲ ਦਿਓ। ਪੈਸੇ ਦੇ ਅੱਗੇ ਕੀ ਹੋ ਗਿਆ? ਪੈਸਾ ਦੇ ਕੇ ਪਰਮੇਸ਼ਵਰ ਕਹਿੰਦਾ ਤੁਸੀਂ ਜਾਣਦੇ ਪ੍ਰਭੂ ਦੀ ਮੈਨੂੰ ਇਹ ਨਹੀਂ ਕਿ ਪਰਮੇਸ਼ਵਰ ਨੇ ਪਿਆਰ ਨਾਲ ਕਿਹਾ ਮੇਰਾ ਪੁੱਤ ਚੱਲ ਜਾ, ਮੈਂ ਥੋੜੇ ਕਾ ਤੋਂ ਖੜਾ ਹੋਣਾ ਪਰਮੇਸ਼ਵਰ। ਪੁਆਇੰਟ ਨੋਟ ਕਰ ਰਹੇ ਹੋ? ਸਮਝ ਆ ਰਹੀ ਆ? ਹੁਣ ਜੇ ਮੈਂ ਪਿਆਰ ਨਾਲ ਕਿਸੇ ਨੂੰ ਕਹਿਣਾ ਮੈਂ ਆਪ ਮੋੜੇ ਤੇ ਖੜਾ ਉਸ ਨਾਲ ਲੜਨੀ, ਬੋਲੋ। ਪਰਮੇਸ਼ਵਰ ਨੂੰ ਇਹਨੇ ਧੱਕੇ ਨਾਲ ਕੰਪੈਲ ਕੀਤਾ ਨਬੀ ਨੇ, ਤਾਂ ਪਰਮੇਸ਼ਵਰ ਨਬੀ ਦੀ ਮੰਨਦਾ ਹੀ, ਕਿਉਂਕਿ ਨਬੀ ਪਰਮੇਸ਼ਵਰ ਦੀ ਸੁਣਦਾ। ਪਰਮੇਸ਼ਵਰ ਨੇ ਇਹ ਗੱਲ ਕਹੀ ਆ, ਜਾਊਂਗਾ ਆਪਣੀ ਮਰਜ਼ੀ ਨਾਲ, ਪਰ ਬੋਲੂਗਾ ਜੋ ਮੈਂ ਬੋਲੂਗਾ। ਇੱਥੇ ਗੁੱਸੇ ਨਾਲ ਪਰਮੇਸ਼ਵਰ ਕਹਿੰਦਾ ਤੁਸੀਂ ਸਿੰਪਲ ਪੜ੍ਹਦੇ ਹੋ, ਇਹਨੂੰ ਬੜੇ ਸਿੰਪਲ ਤਰੀਕੇ ਨਾਲ ਪੜ੍ਹੀਏ ਨਾ। ਪਰਮੇਸ਼ਵਰ ਨੇ ਆਖਿਆ ਵੀ ਤੂੰ ਚਲਾ ਜਾ, ਪਰ ਬੋਲੇਗਾ ਉਹਦੇ ਉਹ ਕੁਝ ਜੋ ਮੈਂ ਕਰਨਾ। ਇਹ ਪਰਮੇਸ਼ਵਰ ਨੇ ਇਦਾਂ ਨਹੀਂ ਕਿਹਾ, ਕਹਿੰਦਾ ਜਾ ਚਲਾ ਜਾ, ਪਰ ਬੋਲੂਗਾ ਜੋ ਮੈਂ ਉਹੀ ਤੇਰੀ ਜ਼ੁਬਾਨ ਤੋਂ ਨਿਕਲੂਗਾ। ਆਹ ਟਿਊਨ ਹੈ ਪ੍ਰਭੂ ਦੀ। ਪ੍ਰਭੂ ਦੀ ਕੀ ਆ? ਆਹ ਟਿਊਨ ਹੈ। ਕਲਾਮ ਦੀ ਸਿੱਧਾ ਪੜ੍ਹ ਰਹੇ ਹੋ, ਪਰ ਉੱਥੇ ਜਿਹੜਾ ਸੈਂਟੈਂਸ ਬਣਦੇ ਨਾ ਉਹਨੂੰ ਵੀ ਪੜੋ। ਪਰਮੇਸ਼ਵਰ ਗੁੱਸਾ ਕਿਉਂ ਆਇਆ? ਗੁੱਸਾ ਇਸ ਲਈ ਆ ਗਿਆ ਵੀ ਤੁਰਪਿਆ ਗੱਡੀ ਦੇ ਟੱਕੇ ਉੱਤੇ ਬੈਠ ਕੇ ਕੀ ਹੋ ਗਿਆ? ਤੁਰਪਿਆ। ਪਰਮੇਸ਼ਵਰ ਨੇ ਪਹਿਲਾਂ ਕੀ ਕੀਤੀ ਸੀ? ਮਨਾ ਕੀਤੀ ਪਰਮੇਸ਼ਵਰ ਦੀ ਮਰਜ਼ੀ ਦੇ ਖਿਲਾਫ ਤੁਰਦੇ ਨਾ, ਫਿਰ ਸ਼ੈਤਾਨ ਨਹੀਂ ਤੁਹਾਨੂੰ ਤੰਗ ਕਰਦਾ। ਫਿਰ ਕੌਣ ਤੰਗ ਕਰਦਾ? ਫਿਰ ਤੁਹਾਡੇ ਨਾਲ ਕੌਣ ਲੜਨ ਲਈ ਆਉਂਦਾ? ਹਾਂਜੀ ਪਤਰਸ ਪੜੋ। ਬਲਿਆਮ ਨਾਲ ਕੌਣ ਲੜਨ ਲਈ ਆ ਗਿਆ? ਤਾਂ ਪਰਮੇਸ਼ਵਰ ਦਾ ਕ੍ਰੋਧ ਭੜਕ ਉੱਠਿਆ, ਪਰਮੇਸ਼ਵਰ ਦਾ ਕ੍ਰੋਧ ਭੜਕਿਆ ਕਿਉਂ ਜੋ ਜਾਂਦਾ ਸੀ, ਅਤੇ ਯਹੋਵਾ ਦੇ ਦੂਤ ਨੇ ਆਪਣੇ ਆਪ ਨੂੰ ਰਾਹ ਵਿੱਚ ਉਸ ਦੇ ਵਿਰੋਧੀ ਹੋਣ ਲਈ ਖੜਾ ਕੀਤਾ। ਪਰਮੇਸ਼ਵਰ ਦਾ ਦੂਤ ਕੀ ਹੋ ਗਿਆ? ਉਹਦੇ ਵਿਰੋਧ ਵਿੱਚ ਖੜਾ ਹੋ ਗਿਆ। ਪਰਮੇਸ਼ਵਰ ਦਾ ਦੂਤ ਕੀ ਹੋ ਗਿਆ? ਉਹਦੇ ਵਿਰੋਧ ਵਿੱਚ ਖੜਾ ਹੋ ਗਿਆ। ਖੜਾ ਹੋ ਗਿਆ। ਮੈਂ ਜਿਹੜਾ ਕਲਾਮ ਸੁਣਾ ਰਿਹਾ ਸਮਝ ਆ ਰਹੀ ਹੈ? ਅੱਛਾ ਟੌਪਿਕ ਹੈ, ਸਮਝ ਲੱਗ ਰਹੀ ਹੈ ਵੀ ਅੱਜ ਆਪਾਂ ਦੇਖ ਰਹੇ ਹਾਂ ਪਰਮੇਸ਼ਵਰ ਨੇ ਨਵੇਂ ਨੇ ਵਿੱਚ ਬਲਿਆਮ ਦਾ ਨਾਮ ਕਿਉਂ ਲਿਆ? ਕਾਹਦੇ ਵਾਸਤੇ ਕਿਹਾ ਵੀ ਉਹ ਸਿੱਖਿਆ ਜਿਹੜੀ ਚੀਜ਼ ਦੇ ਵਿੱਚ ਧਾਰੀ ਹੋਈ ਆ, ਚੱਲਦੀ ਪਈ ਆ? ਉਹਦਾ ਕਾਰਨ ਇਹ ਆ ਵੀ ਸੁਣਨਾ ਧਿਆਨ ਨਾਲ, ਬਲਿਆਮ ਪੈਸੇ ਦਾ ਕਰਕੇ ਪਰਮੇਸ਼ਵਰ ਦੇ ਕੋਲੋਂ ਦੂਰ ਹੋ ਗਿਆ। ਪਰਮੇਸ਼ਵਰ ਧੱਕੇ ਨਾਲ ਦਵਾ ਕਰ ਕਰਕੇ ਕੀ ਕਰੀ ਜਾਂਦਾ? ਮਨਾਈ ਜਾਂਦਾ ਪ੍ਰਭੂ ਦੀ ਕਰ ਦੋ, ਕੰਮ ਦੀ ਕਰ ਦੋ। ਉਹਨਾਂ ਨੇ ਲੱਖ ਰੁਪਏ ਕੰਮ ਚੱਲਦਾ ਦਿੱਤਾ, ਪ੍ਰਭੂ ਦੀ ਕਰ ਦਿਓ, ਕੰਮ ਕਰ ਦਿਓ। ਤੁਹਾਡੇ ਦਾ 2 ਨੰਬਰ ਦੇ ਕੰਮ ਹੋ ਗਏ, ਅਗਲੇ ਦਾ 2 ਨੰਬਰ ਦੇ ਕੰਮ ਕਰ ਦਿਓ, ਕਰ ਦਿਓ। ਇਹ ਲੱਖ ਰੁਪਏ ਦਾ ਭਾਈ ਚੱਲਦਾ ਦਿੱਤਾ, ਪ੍ਰਭੂ ਦਾ ਕੰਮ ਕਰ ਦਿਓ। ਉਹ ਪ੍ਰਭੂ ਦਾ ਕੰਮ ਨਹੀਂ ਕਰਨਾ ਪਾਉਂਦੀ ਹੈ, ਇਹਨੂੰ ਪਤਾ ਨਹੀਂ ਕੰਮ ਕਰਨਾ ਕਿ ਦੂਜੇ ਦਾ ਕਿੰਨਾ ਨੁਕਸਾਨ ਹੋਣਾ। ਪ੍ਰਭੂ ਇਹ ਗੱਲਾਂ ਕਹਿੰਦਾ ਹੈ ਵੀ ਤੁਸੀਂ ਆਪਣੇ ਪੈਸੇ ਲਈ ਦੂਜੇ ਦਾ ਨੁਕਸਾਨ ਕਰਨ ਗਏ ਹੋ। ਪਰਮੇਸ਼ਵਰ ਪਿੱਛੇ ਲੱਗ ਜਾਂਦਾ ਹੈ। ਪਰਮੇਸ਼ਵਰ ਬਲਿਆਮ ਨੂੰ ਕਿਉਂ ਕ੍ਰੋਧਵਾਨ ਹੋਇਆ? ਕਿਉਂ ਪ੍ਰੀਤਾ ਖੜਾ ਹੋਇਆ? ਕਿਉਂਕਿ ਇਹ ਆਪਣੇ ਫਾਇਦੇ ਲਈ ਸ਼ਰਾਬ ਦੇਣ ਵਾਸਤੇ ਜਾ ਰਿਹਾ, ਆਪਣੇ ਫਾਇਦੇ ਵਾਸਤੇ, ਆਪਣੀ ਰਾਜਗੱਦੀ ਲਈ। ਮੈਨੂੰ ਰਾਜਗੱਦੀ ਮਿਲ ਜੂਗਾ, ਵੀ ਪੈਸਾ ਮਿਲ ਜੂ, ਸੋਨਾ ਚਾਂਦੀ ਮਿਲ ਜੂਗਾ। ਬਲਿਆਮ ਧੱਕੇ ਨਾਲ ਪੈਸੇ ਦਾ ਕਰਕੇ ਪਰਮੇਸ਼ਵਰ ਦੀ ਆਗਿਆ ਤੋੜ ਕੇ ਤੁਰ ਪਿਆ। ਹਾਂਜੀ ਪਤਰਸ ਮੁੜੇ ਪਿੱਛਾ ਖੜਾ ਹੋ ਗਿਆ। ਉਹ ਆਪਣੀ ਗੱਡੀ ਉੱਤੇ ਸਵਾਰ ਹੋਇਆ ਅਤੇ ਉਸਦੇ 2 ਨੌਕਰ ਉਹਦੇ ਸੰਗ ਸਨ, ਅਤੇ ਗੱਡੀ ਨੇ ਯਹੋਵਾ ਦੇ ਦੂਤ ਨੂੰ ਰਾਹ ਵਿੱਚ ਖੜਾ ਦਿੱਤਾ। ਉਹਦੀ ਤੇਗ ਉਹਦੇ ਹੱਥ ਵਿੱਚ ਸੁੱਟੀ ਹੋਈ ਸੀ, ਤਾਂ ਗੱਡੀ ਰਾਹ ਤੋਂ ਮੁੜ ਕੇ ਖੇਤ ਵਿੱਚ ਗਈ। ਹਾਲੇਲੂਇਆ। ਹਾਲੇਲੂਇਆ। ਕਈਆਂ ਪਾਸਟਰਾਂ ਨੂੰ ਦਿਸਣੋਂ ਕੀ ਹੋ ਗਿਆ? ਉਹਨਾਂ ਨੂੰ ਕੀ ਦਿਸਦਾ? ਉੱਚੀ ਆਵਾਜ਼ ਨਾਲ ਬੋਲੋ। ਪਾਦਰੀਆਂ ਨੂੰ ਕੀ ਦਿਖ ਰਿਹਾ ਜੇ? ਪੈਸਾ, ਸੋਨਾ ਦਿਸਦਾ, ਪ੍ਰਾਪਰਟੀ ਦਿਸਦੀ ਆ। ਉਹਨਾਂ ਨੂੰ ਅੱਜ ਖੁਦਾ ਦੇ ਫਰਿਸ਼ਤੇ ਦਿਸਣੇ ਕੀ ਹੋ ਗਏ? ਬੰਦ ਹੋ ਗਏ। ਜਿਹਦੇ ਕਦੀ ਉਹਦਾ ਨੁਕਸਾਨ ਨਹੀਂ ਹੁੰਦਾ, ਉਹ ਗੱਲ ਕਹਿੰਦੇ ਆ ਕਿਹਨੇ ਕਰਦਾ? शैतान ने किया, वो पूरी तुली से दुआ करे भी शैतान ने बहुत बड़ा नुकसान किया है। भी जो आ जाए भी प्रभु का आत्मा कहे ओ कई शैतान तूने नहीं किया, फरिश्ते ने किया ही भी तू लालची हो गया। पानी तू की हो गया? लालची। इतने नबी की हो गया? लालची हो गया। लालच का करके माड़े लोगों नाल तुर पिया। माड़े लोगों नाल 2 नंबर के लोगों नाल तुर पिया। की मिल जाए? पैसा मिल जाए। पर गदी दियां प्रभु ने की खोल दिया। जिन्नी देर यीशु मसीह ढाडे ते सवार है, ढाडी की होवेगी? जदों यीशु मसीह उतर गए फिर किसी ने भी बोलो तो चाਹੁੰਦੇ ਢਾਡੇ ਤੇ ਯीशु मसीह सवार रहे? ਉੱਚੀ ਆਵਾਜ਼ ਨਾਲ ਚਾਹੁੰਦੇ ਢਾਡੀਆਂ ਅੱਖਾਂ ਖੁੱਲ ਜਾਣ? ਆਪਣੀ ਅੱਖਾਂ ਬੰਦ ਕਰੋ, ਦਿਲ ਤੇ ਹੱਥ ਰੱਖੋ, ਬੋਲੋ ਪ੍ਰਭੂ ਜੀ ਮੈਂ ਚਾਹੁੰਦਾ ਵਾਂ ਜਿੱਦਾਂ ਉਹ ਗਲੀ ਦੇ ਬੱਚੇ ਦੀਆਂ ਅੱਖਾਂ ਖੁੱਲੀਆਂ, ਮੇਰੀਆਂ ਵੀ ਅੱਖਾਂ ਨੂੰ ਖੋਲੋ। ਮੈਂ ਵੇਖਾਂ ਤੇਰੇ ਦੂਤਾਂ ਨੂੰ, ਤੇਰੇ ਫਰਿਸ਼ਤਿਆਂ ਨੂੰ, ਔਰ ਤੁਹਾਨੂੰ ਵੇਖਾਂ ਪ੍ਰਭੂ ਜੀ। ਜੇ ਮੈਂ ਮਾੜੇ ਰਾਸਤੇ ਤੇ ਚੱਲ ਰਿਹਾ ਵਾਂ, ਅੱਜ ਤੋਂ ਹੀ
ਮੁਸੀਬਤ ਤੁਸੀਂ ਰਸਤਾ ਬਦਲੋਗੇ ਜਦੋਂ ਦਿਸੂਗਾ ਨਹੀਂ ਤੁਰੇ ਜਾਓਗੇ ਮੁਸੀਬਤਾਂ 'ਚ ਫਸ ਜਾਓਗੇ ਬਲਿਆਮ ਨੂੰ ਦਿਸਣੋਂ ਬੰਦ ਇਹ ਆ ਅੱਖਾਂ ਨਾਲ ਦੇਖ ਰਿਹਾ ਪਰ ਇਹਦੀਆਂ ਆਦਮਿਕ ਅੱਖਾਂ ਕੀ ਹੋ ਗਈਆਂ ਕਾਹਦਾ ਕਰਕੇ ਬੋਲੋ ਹੁਣ ਤੁਹਾਨੂੰ ਪਤਾ ਲੱਗ ਰਿਹਾ ਕਲੀਸਿਆ ਵਿੱਚ ਕਿਹੜੀ ਸਿੱਖਿਆਧਾਰੀ ਹੋਈ ਆ ਕਿਹੜੀ ਸਿੱਖਿਆ ਪੈਸੇ ਦਾ ਕਰਕੇ ਤੁਰਦੇ ਨੇ ਨਾਲ ਕਾਹਦਾ ਕਰਕੇ ਪੈਸੇ ਦਾ ਕਰਕੇ ਕਾਹਦਾ ਕਰਕੇ ਆਪਣੀ ਉੱਚੀ ਪਦਵੀ ਦਾ ਕਰਕੇ ਪੈਸੇ ਦਾ ਕਰਕੇ ਜੋ ਮੰਗੂਗਾ ਤੈਨੂੰ ਮੈਂ ਦੇ ਦੂੰਗਾ ਰਾਜਾ ਕਹਿੰਦਾ ਸ਼ੌਹਰਤ ਦਾ ਕਰਕੇ ਔਖੀ ਹੁੰਦੀ ਆ ਹਾਲੇਲੂਇਆ 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 ਬਲਿਆਮ ਪਿਕ ਗਿਆ ਇੱਥੇ ਗਦੀ ਨੂੰ ਫਰਿਸ਼ਤਾ ਦਿਸ ਰਿਹਾ ਵੀ ਤਲਵਾਰ ਉਹਦੇ ਹੱਥ ਵਿੱਚ ਆ ਤੇ ਗਦੀ ਨੇ ਕੀ ਕੀਤਾ ਖੇਤਾਂ ਵੱਲ ਨੂੰ ਦੌੜ ਗਈ ਯਾਨੀ ਬਦਲ ਸੀ ਹਲੇ ਦੌੜੀ ਆ ਲੈ ਦਿਸਿਆ ਉਹਨੂੰ ਅਤੇ ਬਲਿਆਮ ਨੇ ਗਦੀ ਨੂੰ ਮਾਰਿਆ ਬਲਿਆਮ ਨੇ ਗਦੀ ਨੂੰ ਮਾਰਿਆ ਤਾਂ ਜੋ ਉਹ ਉਸ ਨੂੰ ਰਾਹ ਵੱਲ ਮੋੜੇ ਉਹਨੂੰ ਰਾਸਤੇ ਵੱਲ ਨੂੰ ਮੋੜੇ ਤਦ ਯਹੋਵਾ ਦਾ ਦੂਤ ਦਾਖ ਦੀ ਬਾੜੀ ਵਿੱਚ ਯਹੋਵਾ ਦਾ ਦੂਤ ਖੱਤੇ ਵਿੱਚ ਵੀ ਪਹੁੰਚ ਗਿਆ ਜਿੱਥੇ ਦਾਖ ਦੀ ਬਾੜੀ ਆ ਉਸ ਤੱਕ ਰਾਹ ਵਿੱਚ ਜਾ ਖਲੋਤਾ ਤੰਗ ਰਾਸਤੇ ਵਿੱਚ ਖੜਾ ਹੋ ਗਿਆ ਜਾ ਕੇ ਜਿੱਥੇ ਇੱਕ ਪਾਸੇ ਕੰਧ ਹੈ ਤੇ ਦੂਜੇ ਪਾਸੇ ਵੀ ਕੰਧ ਸੀ ਦੋਨਾਂ ਪਾਸੇ ਕੀ ਆ ਜੀ ਕੰਧਾਂ ਤੇ ਗਦੀ ਹੁਣ ਕਿੱਥੇ ਆ ਤੇ ਗਦੀ ਦੇ ਉੱਤੇ ਕੌਣ ਆ ਤੇ ਮੋਰੇ ਕੌਣ ਆ ਦੂਤ ਖੜਾ ਤੇ ਕਿਹਦਾ ਦੂਤ ਹੈ ਸ਼ੈਤਾਨ ਦਾ ਪਰਮੇਸ਼ਰ ਕਿਉਂ ਮਾਰਨਾ ਚਾਹੁੰਦਾ ਪਰਮੇਸ਼ਰ ਨੇ ਭੇਜਿਆ ਕਹਿ ਕੇ ਜਾ 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 ਕਦੋਂ ਮਾਰਨਾ ਚਾਹੁੰਦਾ ਹਾਂਜੀ ਇਹਨੇ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਕੀਤੀ ਪਰਮੇਸ਼ਰ ਨੇ ਕਿਹਾ ਸੀ ਨਹੀਂ ਜਾਣਾ ਪਰ ਜਦੋਂ ਜ਼ਿਆਦਾ ਪੈਸਾ ਦੇਖਿਆ ਜਦੋਂ ਉੱਚੀਆਂ ਪਦਵੀਆਂ ਵੇਖੀਆਂ ਪਰਮੇਸ਼ਰ ਦੇ ਧੱਕੇ ਨਾਲ ਹੀ ਕੀ ਦਵਾਵਾਂ ਕਰੀ ਜਾਂਦਾ ਹੈ ਧੱਕੇ ਨਾਲ ਹੀ ਪਰਮੇਸ਼ਰ ਨੂੰ ਮਨਾਈ ਜਾਂਦਾ ਹੈ ਤਾਂ ਪਰਮੇਸ਼ਰ ਮੰਨਿਆ ਨਹੀਂ ਪਰਮੇਸ਼ਰ ਕਹਿੰਦਾ ਜਾਣਾ ਤਾਂ ਆਪਣੀ ਜ਼ਿੰਮੇਵਾਰੀ ਤੇ ਜਾ ਆਪਣੀ ਜ਼ਿੰਮੇਵਾਰੀ ਜਾ ਮੇਰਾ ਹੁਕਮ ਤੋੜ ਕੇ ਚੱਲਾਂ ਮੈਂ ਤਾਂ ਆਪਣੀ ਜ਼ਿੰਮੇਵਾਰੀ ਤੇ ਜਾਈ ਰਾਸਤੇ 'ਚ ਕੁਝ ਵੀ ਹੋ ਗਿਆ ਤਾਂ ਮੈਂ ਜ਼ਿੰਮੇਵਾਰ ਨਹੀਂ ਆ ਹੁਣ ਇਹ ਆਪਣੀ ਜ਼ਿੰਮੇਵਾਰੀ ਤੇ ਜਾ ਰਿਹਾ ਤਾਂ ਹੀ ਤਾਂ ਪਰਮੇਸ਼ਰ ਮੋਰੇ ਬੋਲੋ ਹਾਂਜੀ ਪਤਰਸ ਜੀ ਜਲਦੀ ਪੜੀਏ ਜਦ ਗਦੀ ਨੇ ਯਹੋਵਾ ਦੇ ਦੂਤ ਨੂੰ ਡਿਠਾ ਤਾਂ ਉਹ ਆਪਣੇ ਆਪ ਨੂੰ ਦਬਾ ਕੇ ਕੰਧ ਨਾਲ ਜਾ ਲੱਗੀ ਅਤੇ ਬਲਿਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ ਸੋ ਉਸਨੇ ਫਿਰ ਉਹਨੂੰ ਮਾਰਿਆ ਯਹੋਵਾ ਦਾ ਦੂਤ ਫਿਰ ਇੱਕ ਵਾਰ ਅੱਗੇ ਜਾ ਕੇ ਇੱਕ ਤੰਗ ਥਾਂ 'ਚ ਜਾ ਖਲੋਤਾ ਜਿੱਥੋਂ ਸੱਜੇ ਖੱਬੇ ਮੁੜਨ ਦਾ ਕੋਈ ਰਾਹ ਨਹੀਂ ਸੀ ਜਦ ਗਦੀ ਨੇ ਯਹੋਵਾ ਦੇ ਦੂਤ ਨੂੰ ਵੇਖਿਆ ਤਾਂ ਬਲਿਆਮ ਦੇ ਹੇਠ ਬੈਠ ਗਈ ਅਤੇ ਬਲਿਆਮ ਦਾ ਕੋਲ ਭੜਕ ਉੱਠਿਆ ਫਿਰ ਉਸ ਆਪਣੀ ਲਾਠੀ ਨਾਲ ਗਦੀ ਨੂੰ ਮਾਰਿਆ ਤਾਂ ਯਹੋਵਾ ਨੇ ਗਦੀ ਦੇ ਮੂੰਹ ਨੂੰ ਖੋਲ੍ਹਿਆ ਹਾਲੇਲੂਇਆ ਹਾਲੇਲੂਇਆ ਪਾਦਰੀ ਅਤਿਆਚਾਰ ਕਰਨਾ ਪਿਆ ਗਦੀ ਦੇ ਉੱਤੇ ਨਬੀ ਕੀ ਕਰਨਾ ਪਿਆ ਅਤਿਆਚਾਰ ਕਰਨਾ ਪਿਆ ਅਤਿਆਚਾਰ ਕਰ ਰਿਹਾ ਕੁੱਟੀ ਜਾ ਰਿਹਾ ਫਿਰ ਲਿਖਿਆ ਪਰਮੇਸ਼ਵਰ ਨੇ ਗਦੀ ਦੇ ਮੂੰਹ ਨੂੰ ਕੀ ਕਰ ਦਿੱਤਾ ਕਦੀ ਤੁਸੀਂ ਸੁਣਿਆ ਵੀ ਗਧੇ ਨੂੰ ਬੋਲਦੇ ਹੋਏ ਨਹੀਂ ਤੁਸੀਂ ਗਧਾ ਉਹਨੂੰ ਕਹਿੰਦੇ ਆ ਜਿਹਨੂੰ ਕੰਮ ਕਰਨ ਦਾ ਪਤਾ ਜਿਹਨੂੰ ਸਮਾਨ ਚੀਜ਼ ਦਾ ਪਤਾ ਸਾਹਮਣੇ ਚੀਜ਼ ਵੀ ਲਾਉਂਦੇ ਓਏ ਗਧਿਆ ਸਾਹਮਣੇ ਪਈ ਤੇਰੇ ਚੀਜ਼ ਪਰ ਬਾਈਬਲ 'ਚ ਸਭ ਤੋਂ ਸਿਆਣਾ ਗਧੇ ਨੂੰ ਕਿਹਾ ਗਿਆ ਹਾਲੇਲੂਇਆ ਹਾਲੇਲੂਇਆ ਤੁਸੀਂ ਸ਼ਾਇਦ ਨਬੀ ਦਾ ਪਹਿਲਾ ਭਾਗ ਪੜ੍ਹਦਾ ਉਹਦੇ ਵਿੱਚ ਲਿਖਿਆ ਵੀ ਜਿਹੜਾ ਗਧਾ ਵਾ ਉਹ ਆਪਣੇ ਸਾਈਂ ਨੂੰ ਪਛਾਣਦਾ ਵਾ ਪਰ ਕਹਿੰਦਾ ਜਿਹੜਾ ਮਨੁੱਖ ਪਰਮੇਸ਼ਰ ਨੇ ਤੇ ਮਨੁੱਖ ਨੂੰ ਮਾੜਾ ਗਿਆ ਕਹਿੰਦਾ ਜਿਹੜਾ ਮਨੁੱਖ ਆ ਉਹ ਆਪਣੇ ਪਰਮੇਸ਼ਰ ਨੂੰ ਤੇ ਇਹਦਾ ਮਤਲਬ ਸਾਡੇ ਨਾਲੋਂ ਕੌਣ ਚੰਗਾ ਉੱਚੀ ਵਾਈ ਨਾਲ ਤੇ ਗਧੇ ਨੂੰ ਆਪਾਂ ਬਾਈਬਲ ਵਿੱਚ ਜਦੋਂ ਪੜ੍ਹੋਗੇ ਸਮਝਦਾਰ ਕਹਿੰਦੇ ਆ ਗਧੇ ਨੂੰ ਕੀ ਕਹਿੰਦੇ ਸਾਡੇ ਲੋਕਾਂ ਨੇ ਕੀ ਬਣਾਇਆ ਇਹਨੂੰ ਮਾੜਾ ਗਧੇ ਨੂੰ ਮੂਰਖ ਕਹਿੰਦੇ ਗਧੇ ਨੂੰ ਕੀ ਕਹਿੰਦੇ ਆ ਗਧਾ ਕਿਉਂ ਕਹਿੰਦੇ ਆ ਕਾਤੋਂ ਕਹਿੰਦੇ ਉਹਨੂੰ ਉਹਦੇ ਕੰਮ ਗਧਿਆਂ ਵਾਲੇ ਢੋਆ ਢਵਾਈ ਨਹੀਂ ਇਸਤੇਮਾਲ ਹੁੰਦਾ ਸੀ ਪੁਰਾਣੇ ਸਮੇਂ ਜਿਹੜਾ ਗਧਾ ਸੀ ਨਾ ਕਾਹਦੇ ਵਾਸਤੇ ਇਸਤੇਮਾਲ ਹੁੰਦਾ ਸੀ ਢੋਆ ਢਵਾਈ ਲਈ ਵਜਨ ਚੱਕਣ ਲਈ ਬਸ ਵੀ ਇਹ ਜਿਹੜਾ ਗਧਾ ਨਾ ਇਹ ਜੰਗ ਵਾਸਤੇ ਇਸਤੇਮਾਲ ਨਹੀਂ ਹੋਣਾ ਜੰਗ ਵਾਸਤੇ ਘੋੜੇ ਤੇ ਉੱਚੀ ਪਦਵੀ ਵਾਸਤੇ ਊਠ ਇਸਤੇਮਾਲ ਹੁੰਦੇ ਸੀਗੇ ਜਿਹੜਾ ਗਧਾ ਸੀ ਨਾ ਉਹ ਸਿਰਫ ਢੋਆ ਢਵਾਈ ਵਾਸਤੇ ਕੀ ਕੀਤਾ ਜਾਂਦਾ ਸੀ ਇਸਤੇਮਾਲ ਕੀਤਾ ਜਾਂਦਾ ਵਜਨ ਦੇ ਵਾਸਤੇ ਇਸ ਕਰਕੇ ਲੋਕੀ ਉਹਨੂੰ ਜ਼ਿਆਦਾ ਇਸਤੇਮਾਲ ਕਰਦੇ ਵੀ ਕੰਮ ਕਰਾਉਣ ਲਈ ਕਰਦੇ ਵੀ ਇਹਨੂੰ ਕਿਹੜਾ ਕੋਈ ਪਤਾ ਨਹੀਂ ਥੋੜੀ ਇਹਨੂੰ ਚੱਕੋ ਲੱਦ ਦੇ ਤੇ ਰੇਤਾ ਲੱਦ ਦੇ ਤੇ ਪੱਥਰ ਲੱਦ ਦੇ ਲੱਗਣਾ ਚੱਲੀਏ ਇੱਧਰ ਨੂੰ ਲੈ ਕੇ ਗਦੇ ਇੱਧਰ ਨੂੰ ਤੁਰ ਪੜਾ ਚਲੋ ਉਹਨੂੰ ਸਿਰਫ ਭਾਰ ਢੋਣ ਵਾਸਤੇ ਕੀ ਕੀਤਾ ਜਾਂਦਾ ਸੀ ਤੇ ਇਹਦੇ ਉੱਤੇ ਸਵਾਰੀ ਕੌਣ ਕਰ ਰਿਹਾ ਹੁਣ ਨਬੀ ਕਰ ਰਿਹਾ ਤੇ ਨਬੀ ਦੀ ਲੱਤ ਛੇੜ ਦਿੱਤੀ ਕੰਧ ਨਾਲ ਰਗੜ ਕੇ ਥੱਲੇ ਬਹਿ ਕੇ ਕੁੱਟਿਆ ਕਸੂਰ ਕਿਹਦਾ ਵਾ ਕਸੂਰ ਕਿਹਦਾ ਜੀ ਨਬੀ ਦਾ ਤੇ ਕੁੱਟ ਕੇ ਨੂੰ ਪੈਰੀ ਆ ਤੇ ਪਰਮੇਸ਼ਰ ਨੇ ਕੀ ਕੀਤੀ ਹੁਣ ਗਦੀ ਦੀ ਜਵਾਨ ਖੋਲ ਦਿੱਤੀ ਤਦ ਯਹੋਵਾ ਨੇ ਗਦੀ ਦੇ ਮੂੰਹ ਨੂੰ ਖੋਲ੍ਹਿਆ ਅਤੇ ਉਹਨੇ ਬਲਿਆਮ ਨੂੰ ਆਖਿਆ ਮੈਂ ਤੇਰਾ ਕੀ ਕੀਤਾ ਕਿ ਤੈਂ ਮੈਨੂੰ ਇਹਨਾਂ ਤਿੰਨਾਂ ਵਾਰੀਆਂ ਵਿੱਚ ਮਾਰਿਆ ਹਾਲੇਲੂਇਆ ਗਦੀ ਜ਼ਿੰਦਗੀ ਬਦਲ ਗਈ ਇੱਥੇ ਆਵਾਜ਼ ਕਿਦਾਂ ਬੋਲ ਰਿਹਾ ਹੁਣ ਉਹ
ਇਨਸਾਨਾਂ ਵਾਂਗੂ ਹੁਣ ਤਾਂ ਬੋਲ ਕੇ ਦੱਸ ਦਿਓ ਬੋਲੋ ਮੇਰੇ ਵਾਂਗੂ ਤੁਹਾਡੇ ਵਾਂਗੂ ਬੋਲ ਰਿਹਾ ਤਾਂ ਇਹਦਾ ਨਬੀ ਨੂੰ ਕੀ ਲੱਗੀ ਉਹਦੀ ਸਮਝ ਲੱਗੀ ਜੇ ਜੋ ਹਾਜੂ ਕਰਦਾ ਤਾਂ ਸਮਝ ਲੱਗੀ ਸੀ ਉਹਦੀ ਹੁਣ ਉਹ ਇਨਸਾਨ ਵਾਂਗੂ ਬੋਲ ਰਿਹਾ ਉਹ ਕਹਿੰਦਾ ਮੇਰਾ ਕੀ ਕਸੂਰ ਆ ਗਲਤੀ ਮੇਰੀ ਆ ਪੈਸੇ ਤੂੰ ਵੇਖ ਕੇ ਸੋਨਾ ਚਾਹੀ ਤੂੰ ਵੇਖ ਕੇ ਤੂੰ ਰਿਹਾ ਕੁੱਟੀ ਮੈਨੂੰ ਜਾਣ ਡਿਆ ਕਹਿੰਦਾ ਮੈਂ ਤਾਂ ਤੈਨੂੰ ਬਚਾਉਣ ਡਿਆ ਵਾ ਮੈਂ ਤਾਂ ਤੈਨੂੰ ਬਚਾਉਣ ਡਿਆ ਮੋਰੇ ਕੀ ਖੜਾ ਵਾ ਦੂਤ ਉਹਦੇ ਹੱਥ ਵਿੱਚ ਕੀ ਆ ਤਲਵਾਰ ਕਹਿੰਦਾ ਮੈਂ ਥੋੜਾ ਜਿਹਾ ਅੱਗੇ ਚੱਲ ਗਿਆ ਤੇਰੀ ਵੀ ਕੁੱਟੀ ਹੋ ਜਾਣੀ ਤੇ ਮੇਰੀ ਵੀ ਧੌਣ ਹੋ ਜਾਣੀ ਆਪਾਂ ਦੋਵੇਂ ਨਹੀਂ ਮਰ ਜਾਣਾ ਕਹਿੰਦਾ ਮੈਂ ਤਾਂ ਤੈਨੂੰ ਬਚਾਉਣ ਡਿਆ ਹਾਂਜੀ ਪਤਰ ਜੀ ਪੜੋ ਤਾਂ ਬਲਿਆਮ ਨੇ ਗਦੀ ਨੂੰ ਆਖਿਆ ਇਸ ਨੇ ਕਿ ਤੈਂ ਮੇਰੇ ਨਾਲ ਮਖੌਲ ਕੀਤਾ ਜੇ ਮੇਰੇ ਹੱਥ ਵਿੱਚ ਤੇਗ ਹੁੰਦੀ ਤਾਂ ਮੈਂ ਹੁਣ ਤੈਨੂੰ ਵੱਢ ਸਕਦਾ ਅੱਗੋਂ ਗਦੀ ਨੇ ਬਲਿਆਮ ਨੂੰ ਆਖਿਆ ਕਿ ਮੈਂ ਤੇਰੀ ਗਦੀ ਨਹੀਂ ਜਿਹਦੇ ਉੱਤੇ ਤੂੰ ਸਾਰੀ ਉਮਰ ਅੱਜ ਤੱਕ ਸਵਾਰ ਹੁੰਦਾ ਰਿਹਾ ਕਦੀ ਮੈਂ ਅੱਗੇ ਵੀ ਤੇਰੇ ਨਾਲ ਇਉਂ ਕੀਤਾ ਹੈ ਉਸ ਆਖਿਆ ਨਹੀਂ ਤਦ ਯਹੋਵਾ ਨੇ ਬਲਿਆਮ ਦੀਆਂ ਅੱਖਾਂ ਖੋਲੀਆਂ ਹਾਲੇਲੂਇਆ ਹਾਲੇਲੂਇਆ ਹੁਣ ਕੀ ਖੁੱਲੀਆਂ ਉਹਦੀਆਂ ਅੱਖਾਂ ਕੀ ਖੁੱਲ ਗਈਆਂ ਉਹਦੀਆਂ ਅੱਖਾਂ ਇੱਕ ਭਜਨ ਵੀ ਗਾਉਂਦੇ ਆ ਅੱਖਾਂ ਉਤੋਂ ਪੱਟੀ ਖੁੱਲ ਗਈ ਕਦੋਂ ਖੁੱਲੀ ਜਦੋਂ ਸੁਣਿਆ ਕਲਾਮ ਯਿਸੂ ਤੇਰਾ ਜਦੋਂ ਸੁਣਿਆ ਕਲਾਮ ਯਿਸੂ ਤੇਰਾ ਅੱਖਾਂ ਉਤੋਂ ਪੱਟੀ ਖੁੱਲ ਗਈ ਜਦੋਂ ਸੁਣਿਆ ਕਲਾਮ ਯਿਸੂ ਤੇਰਾ ਅੱਖਾਂ ਉਤੋਂ ਪੱਟੀ ਖੁੱਲ ਗਈ ਹਾਲੇਲੂਇਆ ਜਦੋਂ ਇਹਨੇ ਸੁਣਿਆ ਵੀ ਮੋਰੇ ਫਰਿਸ਼ਤਾ ਖੜਾ ਵੀ ਮੋਰੇ ਫਰਿਸ਼ਤਾ ਖੜਾ ਵੀ ਆਪਣੇ ਮਾਰਨ ਦੇ ਲਈ ਫਿਰ ਪਰਮੇਸ਼ਰ ਨੇ ਇਹਦੀਆਂ ਕੀ ਖੋਲੀਆਂ ਅੱਖਾਂ ਅੱਜ ਸਾਡੀਆਂ ਅੱਖਾਂ ਬੰਦ ਆ ਕਿਉਂਕਿ ਸਾਡੀਆਂ ਅੱਖਾਂ ਪੈਸੇ ਨੇ ਕੀ ਕਰ ਦਿੰਦੀਆਂ ਬੰਦ ਅੱਜ ਅਸੀਂ ਪੈਸੇ ਦਾ ਕਰਕੇ ਚੱਲ ਰਹੇ ਆ ਅੱਜ ਅਸੀਂ ਲਾਲਚ ਦਾ ਕਰਕੇ ਚੱਲਦੇ ਆ ਕਈ ਪਾਦਰੀ ਪੈਸੇ ਦਾ ਕਰਕੇ ਬੰਦਗੀ ਕਰਦੇ ਆ ਇੱਕ ਆਪਾਂ ਹੋਰ ਵਚਨ ਪੜਾਂਗੇ ਪੜੋ ਪਹਿਲਾ ਯਹੋਨਾ ਤੁਹਾਨੂੰ ਪਤਾ ਲੱਗ ਗਈ ਬਲਿਆਮ ਦੀ ਸਿੱਖਿਆ ਕੀ ਆ ਕਿਹੜੀ ਸਿੱਖਿਆ ਬਲਿਆਮ ਦੀ ਠੀਕ ਵੀ ਪਰਮੇਸ਼ਵਰ ਨੂੰ ਛੱਡ ਕੇ ਪੈਸੇ ਦੇ ਪਿੱਛੇ ਤੁਰ ਪੈਣਾ ਪਰਮੇਸ਼ਵਰ ਨੂੰ ਛੱਡ ਕੇ ਪੈਸੇ ਦੇ ਪਿੱਛੇ ਤੁਰ ਪੈਣਾ ਬਲਿਆਮ ਪੈਸੇ ਦੇ ਕਰਕੇ ਤੁਰ ਪਿਆ ਪਰਮੇਸ਼ਵਰ ਦੇ ਨਾਲ ਧੱਕੇ ਨਾਲ ਮਨਾ ਕੇ ਵੀ ਮੈਂ ਜਾਣਾ ਪ੍ਰਭੂ ਜੀ ਜਾਣਾ ਪ੍ਰਭੂ ਕਹਿੰਦਾ ਜਾ ਫਿਰ ਪ੍ਰਭੂ ਨੂੰ ਮਾਰਨ ਦੇ ਲਈ ਮੋਰੇ ਖੜਾ ਹੋ ਗਿਆ ਜਦੋਂ ਤੁਸੀਂ ਖੁਦਾ ਦੇ ਹੁਕਮ ਨੂੰ ਤੋੜ ਕੇ ਤੁਰਦੇ ਹੋ ਨਾ ਲਾਲਚ ਦੇ ਪਿੱਛੇ ਪੈਸੇ ਦੇ ਪਿੱਛੇ ਪਾਸਟਰ ਕਿਉਂ ਨਾ ਹੋਵੇ ਫਿਰ ਉਹ ਪਾਸਟਰ ਸ਼ੈਤਾਨ ਨਾਲ ਨਹੀਂ ਪਰਮੇਸ਼ਵਰ ਨਾਲ ਸਾਹਮਣਾ ਕਰਦਾ ਕਿਹਦੇ ਨਾਲ ਤੇ ਪਰਮੇਸ਼ਵਰ ਤੋਂ ਕੋਈ ਜਿੱਤ ਸਕਦਾ ਉੱਚੀ ਆਵਾਜ਼ ਨਾਲ ਪੜੋ ਪਹਿਲਾ ਯਹੋਨਾ 4 ਭਾਗ ਦੀ ਪਹਿਲੀ ਆਇਤ ਹੈ ਪਿਆਰਿਓ ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲੋ ਹਰੇਕ ਆਤਮਾ ਦੀ ਪ੍ਰਤੀਤ ਨਾ ਕਰੋ ਸਗੋਂ ਆਤਮਿਆਂ ਨੂੰ ਪਰਖੋ ਕਹਿੰਦਾ ਆਤਮਾ ਨੂੰ ਕੀ ਕਰੋ ਪਰਖੋ ਉੱਚੀ ਆਵਾਜ਼ ਨਾਲ ਪਰਖੋ ਆਤਮਾ ਨੂੰ ਪਰਖੋ ਪਰਖਣਾ ਬਾਈਬਲ 'ਚ ਕਿੱਦਾਂ ਲਿਖਿਆ ਹੋਇਆ ਵੀ ਕਹਿੰਦਾ ਤੁਸੀਂ ਵਿਸ਼ਵਾਸੀ ਨੂੰ ਪਾਸਟਰ ਨੂੰ ਉਹਦੇ ਫਲਾਂ ਤੋਂ ਪਛਾਣੋਗੇ ਉਹਦੇ ਫਲਾਂ ਤੋਂ ਪਛਾਣੋਗੇ ਅੱਜ ਭੀੜ ਪਿੱਛੇ ਨਾ ਦੌੜੋ ਫਲ ਵੇਖੋ ਵੀ ਯਿਸੂ ਜੀ ਨੂੰ ਵੇਖੋ ਨਾਲ ਨਜ਼ਰ ਆ ਰਿਹਾ ਜਾਂ ਨਹੀਂ ਵੀ ਉਹਦੀ ਜ਼ਿੰਦਗੀ ਵੇਖੋ ਕਲਾਮ ਮੁਤਾਬਕ ਚੱਲ ਰਹੀ ਆ ਜਾਂ ਨਹੀਂ ਹਾਂਜੀ ਪਤਰਸ ਜੀ ਭਾਈ ਉਹ ਪਰਮੇਸ਼ਵਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਹਰ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ ਬਾਹਰੇ ਝੂਠੇ ਨਬੀ ਕਿੱਥੇ ਨਿਕਲੇ ਆ ਜੀ ਸੰਸਾਰ ਵਿੱਚ ਝੂਠੇ ਨਬੀ ਕਿਹੜੇ ਆ ਮਸੀਹੀ ਆ ਤਾਂ ਨਾਨ ਕ੍ਰਿਸਚਨ ਆ ਮਸੀਹ ਉੱਚੀ ਆਵਾਜ਼ ਨਾਲ ਮਸੀਹੀ। ਝੂਠੇ ਨਬੀ ਕਿਹੜੇ ਆ ਹਾਂਜੀ ਉੱਚੀ ਬਾਈਬਲ ਨੂੰ ਪੜ੍ਹਨ ਵਾਲੇ ਹੀ ਆ ਨਾ ਹਾਂਜੀ ਯਿਸੂ ਜੀ ਨੂੰ ਮੰਨਣ ਵਾਲੇ ਹੀ ਆ ਨਾ ਹਾਂਜੀ ਕਿੱਧਰ ਨੂੰ ਫਿਰਦੇ ਅਸੀਂ ਕਿਹੜੀਆਂ ਗੱਲਾਂ ਪਿੱਛੇ ਹੋ ਗਏ ਕਲਾਮ ਛੱਡ ਦਿੱਤਾ ਸੰਸਾਰ ਦੀਆਂ ਗੱਲਾਂ ਪਿੱਛੇ ਹੋ ਗਏ ਮਤਲਬ ਜੀ ਦੂਸਰਾ ਯਹੋਨਾ ਵੀ ਪੜੋ ਜਿਹਦਾ ਪਹਿਲਾ ਜੋ ਨਾ ਪੜ੍ਹੇ ਨਾ ਦੂਸਰਾ ਜੋ ਨਾ ਪੜੋ ਉਹਦਾ ਪਹਿਲਾ ਭਾਗ 7 ਤੋਂ 11 ਤੱਕ ਪੜ੍ਹਦੇ ਕਿਉਂ ਜੋ ਬਾਹਰ ਸ਼ਰੀਏ ਸੰਸਾਰ ਵਿੱਚ ਨਿਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਉਹਨੂੰ ਨਹੀਂ ਮੰਨਦੇ ਹਨ ਇਹੋ ਸ਼ਰੀਆ ਅਤੇ ਮਸੀਹ ਦਾ ਵਿਰੋਧੀ ਹੈ ਚੌਕਸ ਰਹੋ ਭਾਈ ਜਿਹੜੇ ਕੰਮ ਅਸਾਂ ਕੀਤੇ ਸੋ ਤੁਸੀਂ ਨਾ ਵਿਗਾੜੋ ਸਗੋਂ ਪੂਰਾ ਫਲ ਪ੍ਰਾਪਤ ਕਰੋ ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ਵਰ ਉਹਦੇ ਕੋਲ ਨਹੀਂ ਹੈ ਹਾਲੇਲੂਇਆ ਹਾਲੇਲੂਇਆ ਜਿਹੜਾ ਆਗੂ ਬਣ ਕੇ ਪਾਸਟਰ ਬਣ ਕੇ ਕਲਾਮ ਦੇ ਵਿੱਚ ਕਾਇਮ ਨਹੀਂ ਰਹਿੰਦਾ ਪਰਮੇਸ਼ਵਰ ਉਹਦੇ ਕੋਲ ਨਹੀਂ ਹੈ ਬਲਿਆਮ ਦੇ ਕੋਲ ਪਰਮੇਸ਼ਵਰ ਨਹੀਂ ਆ ਕਿਉਂਕਿ ਉਹਨੇ
ਪਰਮੇਸ਼ਰ ਨੂੰ ਛੱਡ ਕੇ ਪੈਸੇ ਦਾ ਕਰਕੇ ਤੁਰ ਪਿਆ ਸੀ। ਹਾਲੇਲੂਇਆ ਹਾਲੇਲੂਇਆ। ਭਾਵੇਂ ਕਹਾਂ ਜਾ ਕੇ ਸ਼ਰਾਬ ਦੇਣ ਦੀ ਕੋਸ਼ਿਸ਼ ਕਰਦਾ ਸੀ, ਪਰ ਮੂੰਹ ਵਿੱਚੋਂ ਕੀ ਨਿਕਲਦੀ ਸੀ? ਬਰਕਤ ਨਿਕਲਦੀ ਸੀ। ਇੱਥੇ ਲਿਖਿਆ ਵੀ ਜਿਹੜਾ ਨਬੀ, ਪਾਸਟਰ, ਅਪੋਸਟਲ, ਪ੍ਰੋਫਟ ਕਲਾਮ ਨੂੰ ਛੱਡ ਕੇ, ਕੀ ਲਿਖਿਆ? ਹਾਂਜੀ ਪੜੋ ਇੱਕ ਵਾਰੀ ਉੱਚੀ ਆਵਾਜ਼ ਨਾਲ। ਹਰ ਕੋਈ ਜਿਹੜਾ ਆਗੂ ਬਣ ਕੇ, ਹਰ ਕੋਈ ਜਿਹੜਾ ਪਾਸਟਰ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ, ਜਿਹੜਾ ਪ੍ਰਭੂ ਦੇ ਕਲਾਮ ਦੇ ਵਿੱਚ ਕਾਇਮ ਨਹੀਂ ਰਹਿੰਦਾ, ਪਰਮੇਸ਼ਵਰ ਉਹਦੇ ਕੋਲ ਨਹੀਂ ਹੈ। ਪਰਮੇਸ਼ਵਰ ਉਹਦੇ ਕੋਲ ਨਹੀਂ ਹੈ। ਨਹੀਂ ਆ। ਹਾਂਜੀ ਅੱਗੇ। ਜਿਹੜਾ ਉਸ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ, ਉਹਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ। ਹਾਲੇਲੂਇਆ ਹਾਲੇਲੂਇਆ। ਜਿਹੜਾ ਵਚਨ ਦੇ ਮੁਤਾਬਿਕ ਚੱਲਦਾ, ਉਹਦੇ ਕੋਲ ਪਿਤਾ ਵੀ ਤੇ ਪੁੱਤਰ ਵੀ ਹਨ। ਜਿਨ੍ਹਾਂ ਕੋਲੇ ਦੋਨੇ ਆ ਤਾਂ ਤੀਸਰਾ ਪਵਿੱਤਰ ਆਤਮਾ ਵੀ ਉਹਨਾਂ ਦੇ ਕੋਲ ਆ। ਹਾਲੇਲੂਇਆ ਹਾਲੇਲੂਇਆ। ਅੱਜ ਮੇਰੇ ਭੈਣੋ ਤੇ ਭਰਾਵੋ, ਜਿਹੜੇ ਪਾਸਟਰ, ਅਪੋਸਟਲ, ਕਲੀਸਿਆ ਪੈਸੇ ਦੇ ਪਿੱਛੇ ਦੌੜੀ ਫਿਰਦੀ ਆ, ਉਸ ਕਲੀਸਿਆ ਦੇ ਵਿੱਚ ਕਿਹੜੀ ਆਤਮਾ ਵਾ? ਬੋਲੋ। ਬਲਿਆਮ ਦੀ ਸਿੱਖਿਆ ਧਾਰੀ ਹੋਈ। ਯਿਸੂ ਮਸੀਹ ਨੂੰ ਮੰਨਦੇ ਹੋਏ ਵੀ ਪੈਸੇ ਦੇ ਪਿੱਛੇ, ਪਰਮੇਸ਼ਰ ਨਾਲ ਗੱਲਾਂ ਕਰਦੇ ਹੋਏ ਵੀ ਪੈਸੇ ਦੇ ਪਿੱਛੇ। ਪੜ੍ਹਦੇ ਕਰੀ ਪ੍ਰਕਾਸ਼ ਦੀ ਪੋਥੀ 2:14 ਹਾਂਜੀ ਪਤਾ ਸੀ। ਚਲਿਏ ਦੁਬਾਰਾ ਉਸੇ ਆਇਤ ਤੇ। ਪਰ ਤਾਂ ਵੀ ਤੇਰੇ ਤੇ ਮੈਨੂੰ ਇਹ ਗਿਲਾ ਹੈ, ਪੜੋ ਪੜੋ। ਥੋੜਾ ਬਹੁਤਾ ਗਿਲਾ ਹੈ ਭਾਈ, ਉੱਥੇ ਤੇਰੇ ਕੋਲ ਉਹ ਹਨ ਜਿਨ੍ਹਾਂ ਬਲਿਆਮ ਦੀ ਸਿੱਖਿਆ ਧਾਰੀ ਹੈ, ਜਿਹਨੇ ਬਲਾਕ ਨੂੰ ਸਿੱਖਿਆ ਦਿੱਤੀ ਸੀ, ਜੋ ਇਸਰਾਇਲ ਦੇ ਵੰਸ਼ ਦੇ ਅੱਗੇ ਖੇਡੇ ਲਾਉਣ ਵਾਲੀ ਵੰਸ਼ ਸੁੱਝ ਦੇਵੇ, ਭਾਈ ਉਹ ਮੂਰਤੀਆਂ ਦੇ ਚੜਾਵੇ ਖਾਣ ਅਤੇ ਹਰਾਮ ਕਾਲੀ ਕਰਨ। ਹਾਲੇਲੂਇਆ ਹਾਲੇਲੂਇਆ। ਹਾਂਜੀ 15 ਨੇ ਪੜੋ। ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਨ੍ਹਾਂ ਨੂੰ ਕਲਾਈਆਂ ਦੀ ਸਿੱਖਿਆ ਉਵੇਂ ਹੀ ਧਾਰੀ ਹੈ। ਹਾਲੇਲੂਇਆ ਹਾਲੇਲੂਇਆ। ਤੇਰੇ ਕੋਲ ਵੀ ਕਹਿੰਦਾ ਲੋਕ ਹੈਗੇ ਜਿਨ੍ਹਾਂ ਦੀ ਸਿੱਖਿਆ ਪੂਰੀ ਉਦਾਂ ਹੀ ਧਾਰੀ ਹੋਈ ਆ। ਇਹ ਉਹ ਆ ਜਿੱਦਾਂ ਰਾਜੇ ਨੇ, ਬਲਾਕ ਰਾਜੇ ਨੇ ਬਲਿਆਮ ਦੇ ਮੂਹਰੇ ਸੋਨਾ ਚਾਂਦੀ ਸਿੱਟਿਆ, ਹਰੇਕ ਚੀਜ਼ਾਂ ਸਿੱਟੀਆਂ ਤੇ ਉਹਦੇ ਮਗਰ ਕੀ ਹੋ ਗਿਆ? ਤੁਰ ਪਿਆ। ਅੱਜ ਜਦੋਂ ਤੁਹਾਡੇ ਮੂਹਰੇ ਪੈਸਾ, ਸੋਨਾ ਚਾਂਦੀ ਸਿੱਟਿਆ ਜਾਂਦਾ, ਅਸੀਂ ਵੀ ਪਰਮੇਸ਼ਰ ਨੂੰ ਛੱਡ ਕੇ ਉਹਨਾਂ ਚੀਜ਼ਾਂ ਦੇ ਮਗਰ ਤੁਰ ਪੈਂਦੇ ਆ। ਹਾਲੇਲੂਇਆ 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 ਹਾਲੇਲੂਇਆ। ਅੱਜ ਆਪਣੇ ਮਨ ਵਿੱਚ ਇੱਕ ਚੀਜ਼ ਧਾਰ ਲਓ ਵੀ ਜੇ ਤੁਸੀਂ ਖੁਦਾ ਨੂੰ ਪਾਉਣਾ ਚਾਹੁੰਦੇ ਹੋ, ਜੇ ਪਰਮੇਸ਼ਰ ਦੇ ਨਾਲ ਚੱਲਣਾ ਚਾਹੁੰਦੇ ਹੋ, ਸਭ ਤੋਂ ਵੱਡਾ ਹੁਕਮ ਖੁਦਾ ਦੀ ਸਿੱਖਿਆ ਦੇ ਉੱਤੇ ਅਮਲ ਕਰਨਾ ਹੈ, ਖੁਦਾ ਦੇ ਵਚਨ ਦੇ ਉੱਤੇ ਚੱਲਣਾ ਹੈ। ਅਸੀਂ ਪੈਸੇ ਪਿੱਛੇ ਨਹੀਂ ਦੌੜਨਾ, ਅਸੀਂ ਬਲਿਆਮ ਦੇ ਪਿੱਛੇ ਨਹੀਂ ਦੌੜਨਾ, ਅਸੀਂ ਉਸ ਸਿੱਖਿਆ ਨੂੰ ਨਹੀਂ ਧਾਰਨਾ ਵੀ ਪ੍ਰਭੂ ਨੂੰ ਮੰਨਦੇ ਵੀ ਫਿਰ ਹੇਰਾ ਫੇਰਾ ਕਰੀਏ, ਵੀ ਪੈਸੇ ਪਿੱਛੇ ਦੌੜੀਏ। ਜੇ ਅਸੀਂ ਪ੍ਰਭੂ ਨੂੰ ਮੰਨਣਾ ਵਾ ਤੇ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਪੈਣਾ ਹੈ? ਉੱਚੀ ਆਵਾਜ਼ ਨਾਲ, ਉੱਚੀ ਆਵਾਜ਼ ਨਾਲ ਛੱਡਣਾ ਪੈਣਾ ਹੈ। ਹਾਲੇਲੂਇਆ। ਜੇ ਖੁਦਾ ਨੂੰ ਚਾਹੁੰਦੇ ਹੋ, ਪੁੱਤਰ ਨੂੰ ਚਾਹੁੰਦੇ ਹੋ ਵੀ ਤੁਹਾਡੇ ਕੋਲ ਰਵੇ, ਤਾਂ ਤੁਹਾਨੂੰ ਕਲਾਮ ਦੇ ਮੁਤਾਬਕ, ਤੇ ਜਦੋਂ ਤੁਸੀਂ ਕਲਾਮ ਤੋਂ ਬਾਹਰ ਹੋਗੇ, ਪਰਮੇਸ਼ਰ ਤੁਹਾਡੇ ਤੋਂ ਕੀ ਹੋ ਜਾਵੇਗਾ? दूर हो जाएगा। ਦੂਰ ਹੋ ਜਾਵੇਗਾ। ਬਲਿਆਮ ਤੋਂ ਕੀ ਹੋ ਗਿਆ? ਪ੍ਰਭੂ दूर हो गए। ਦੂਰ ਹੋ ਗਿਆ। ਅੱਜ ਇਹੀ ਸਿੱਖਿਆ ਬਲਿਆਮ ਦੀ ਨਹੀਂ ਧਾਰਨੀ। ਅੱਜ ਬਹੁਤੇ ਪਾਦਰੀਆਂ ਨੇ, ਕਲੀਸਿਆਵਾਂ ਨੇ ਧਾਰੀ ਹੋਈ, ਪੈਸੇ ਕਮਾਈ ਜਾ ਰਹੇ ਨੇ, ਪ੍ਰਭੂ ਦਾ ਨਾਮ ਲੈ ਕੇ ਬਿਜ਼ਨਸ ਕਰ ਰਹੇ ਨੇ। ਇਹ ਬਲਿਆਮ ਵਾਲੀ ਸਿੱਖਿਆ। ਇਸ ਕਲਾਮ ਦੁਆਰਾ ਪਰਮੇਸ਼ਰ ਦਾ ਆਸ਼ੀਸ਼ ਤੇ ਬਰਕਤ ਹੋਵੇ। ਤਾਰੀਫ ਹੋਵੇ ਸੁਖੀ ਰਹੇ। ਜੇ ਵੀ ਆਨਲਾਈਨ ਦੇਖ ਰਹੇ ਤੁਸੀਂ ਅੱਜ ਬਲੈਸ ਕਲਾਮ ਦੇ ਦੁਆਰਾ, ਪਰਮੇਸ਼ਰ ਦਾ ਬਰਕਤ ਔਰ ਆਸ਼ੀਸ਼ ਦੇਵੇ। ਜਿਹਨੇ ਵੀ YouTube ਤੇ Facebook ਤੇ ਸੁਣ ਰਹੇ ਹੋ, ਖੁਦਾ ਦਾ ਆਤਮਾ, ਖੁਦਾ ਦਾ ਵਚਨ ਤੁਹਾਡੀ ਜ਼ਿੰਦਗੀ 'ਚ 100 ਗੁਣਾ ਬਰਕਤ ਲੈ ਕੇ ਆਵੇਗਾ। ਆਮੀਨ। ਗॉड ब्लेस यू।